That's
ਆਪਾਂ ਯਤਨ ਕਰਨਾ ਕਿ ਇੱਥੇ ਜਿੱਥੇ ਵਾਹਿਗੁਰੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸੰਗਤ ਬਖਸ਼ੀ ਹੈ ਤੇ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਬੈਠ ਕੇ ਜੇ ਸਾਡੀ ਰਸਨਾ ਨੇ ਸ਼ਬਦ ਦਾ ਉਚਾਰਨ ਕਰ ਲਿਆ, ਸ਼ਬਦ ਨਾਲ ਜੁੜ ਗਏ ਤੇ ਇਹ ਜਵਾਨ ਨੇ ਕਦੀ ਭੁੱਲ ਕੇ ਵੀ ਕਿਤੇ ਕਿਸੇ ਦਾ ਮਾੜਾ ਬੋਲ ਨਹੀਂ ਬੋਲਣਾ। ਮਹਾਰਾਜ ਜੀ ਕਹਿੰਦੇ ਨੇ ਮਿੱਠ ਬੋਲਣਾ ਜੀ ਹਰ ਸਜਣ ਸੁਆਮੀ ਮੋਰਾ। ਅਰਦਾਸ ਕਰੀ ਵਾਹਿਗੁਰੂ ਜੀ ਕਿ ਇਸ ਜੀਵਨ ਕਾਲ ਵਿੱਚ ਮਹਾਰਾਜ ਜੀ ਸਾਡੇ ਉੱਤੇ ਐਸੀ ਦਇਆ ਕਰਦੇ ਹੋ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਦਾ ਸਾਨੂੰ ਜੁਗਤੀ ਮਿਲੇ। ਆਓ ਇੱਕ ਵਾਰ ਅਰਦਾਸ ਪੜ੍ਹਨਗੇ, ਪਿੱਛੇ ਸੰਗਤ ਨੇ ਹਾਜ਼ਰੀ ਲਾਉਣੀ ਹੈ। ਸਤਿਗੁਰ ਮਿਹਰ ਕਰੇ ਸੱਚੇ ਪਾਤਸ਼ਾਹ, ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਜਦੋਂ ਇਸ ਬਾਣੀ ਨੂੰ ਤੁਸੀਂ ਨਮਸਕਾਰ ਕਰਦੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹੋ ਤੇ ਪਿਆਰਿਓ ਫਿਰ ਉਸ ਨਮਸਕਾਰ ਕਰਨ ਵਾਲੇ ਪ੍ਰਭੂ ਨੂੰ, ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵੀ ਵਸਾਈ ਕਰ ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ ਮਨ ਮੈਂ ਰਾਮ ਨਾਮਾ ਜਾਪ, ਰਾਮ ਨਾਮਾ ਜਾਪ। ਹੱਥ ਜੋੜ ਕੇ ਨਿਮਰਤਾ ਸੇ ਬੇਨਤੀ ਆਪ ਮਿਲ ਕੇ ਪੜੀਏ ਜੀ। ਦੇਹੀ ਕੇ ਸੰਗ ਰਹਤੇ ਪੜੋ, ਦੇਹੀ ਕੇ ਸੰਗ ਰਹਤੇ ਵਾਹਿਗੁਰੂ ਜੀ, ਦੇਹੀ ਕੇ ਸੰਗ ਰਹਤੇ ਪਰ ਜਿਸ ਪਰਿਵਾਰ ਚੋਂ ਘਰ ਦਾ ਕੋਈ ਜੀ ਚਲੇ ਜਾਂਦਾ ਨਾ, ਕਿਉਂਕਿ ਪਰਿਵਾਰ ਦੇ ਥੰਮ ਸਨ, ਘਰ ਦੇ ਮੁੱਢ ਸਨ ਸਤਿਕਾਰਯੋਗ ਮਾਤਾ ਤੇਜਿੰਦਰ ਕੌਰ ਜੀ। ਔਰ ਮੈਂ ਇਹ ਨਹੀਂ ਕਹਾਂਗਾ ਕਿ ਚਲੋ ਮੈਨੂੰ ਉਹਨਾਂ ਨੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਆ, ਸੰਗਤ ਰੂਪੀ ਅਸੀਸ ਦਿੱਤੀ। ਵਾਹਿਗੁਰੂ ਜੀ ਨੇ ਇੰਨੀ ਉਹਨਾਂ ਅੰਦਰ ਪਿਆਰ ਦੀ ਨਿੱਕੀ ਵਾਹਿਗੁਰੂ ਜੀ ਨੇ ਨਿਮਰਤਾ ਦੀ ਦਾਤ ਦਿੱਤੀ ਕਿ ਜਦੋਂ ਵੀ ਜਾਣਾ ਘਰ ਤੇ ਜਾ ਕੇ ਜਦੋਂ ਫਤਿਹ ਬੁਲਾਉਣੀ ਤੇ ਮੱਥਾ ਚੁੰਮ ਕੇ ਸਿਰ ਤੇ ਹੱਥ ਰੱਖਣਾ ਤੇ ਉਹ ਪਿਆਰ ਵਾਲੀਆਂ ਅਸੀਸਾਂ ਦੇ ਕਿ ਤੁਸੀਂ ਗੁਰੂ ਦੇ ਕੀਰਤਨੀ ਹੋ, ਗੁਰੂ ਸਾਹਿਬ ਦੇ ਵਜ਼ੀਰ ਹੋ। ਇੰਨਾ ਕੁ ਮਤਲਬ ਮਾਣ ਦਿੰਦੇ ਸਨ। ਜਾਣਾ ਤੇ ਕਹਿਣਾ ਕਿ ਜਲ ਪਾਣੀ ਛਕਣ ਤੋਂ ਬਿਨਾਂ ਨਹੀਂ ਜਾਣਾ, ਜਲ ਪਾਣੀ ਛਕ ਕੇ ਜਾਣਾ। ਬੱਚਿਆਂ ਨੂੰ ਵੀ ਕਹਿਣਾ ਕਿ ਭਾਈ ਜੀ ਆਏ ਨੇ, ਇਹਨਾਂ ਨੂੰ ਜਲ ਪਾਣੀ ਛਕਾ ਕੇ ਦਿਓ। ਤੇ ਪਿਆਰਿਓ ਬਹੁਤ ਘੱਟ ਅੱਜ ਦੇ ਸਮੇਂ ਤੇ ਇਹੋ ਜਿਹੇ ਪਰਿਵਾਰਾਂ 'ਚ ਇਹ ਪਿਆਰ ਵੇਖਣ ਨੂੰ ਮਿਲਦਾ ਹੈ। ਆਏ ਕੀਰਤਨੀ ਹੈ, ਆਏ ਗੁਰੂ ਕੇ ਵਜ਼ੀਰ, ਉਹਨਾਂ ਨੇ ਕੀਰਤਨ ਕੀਤਾ, ਉਹਨਾਂ ਨੇ ਹਾਜ਼ਰੀ ਲਾਈ, ਫਤਿਹ ਬੁਲਾਈ ਤੇ ਬਸ ਠੀਕ ਆ, ਉੱਥੋਂ ਤੱਕ ਸੀਮਤ ਹੈ। ਪਰ ਇਹਨਾਂ ਦੇ ਘਰ ਪਰਿਵਾਰ ਤੇ ਗੁਰੂ ਰਾਮਦਾਸ ਤੇ ਪਾਤਸ਼ਾਹ ਜੀ ਦੀ, ਛੇਵੇਂ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਕਲਗੀਆਂ ਵਾਲੇ ਮੇਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਸੀ ਕਲਾ ਵਰਤਦੇ ਸੀ, ਐਸੀ ਮਿਹਰ ਵਰਤਦੀ ਸੀ ਕਿ ਜਿਹੜਾ ਜਾਂਦਾ ਸੀ ਨਾ ਉੱਥੋਂ ਪਿਆਰ ਦੀਆਂ ਅਸੀਸਾਂ ਲੈ ਕੇ ਆਉਂਦਾ ਸੀ। ਇਹ ਉਹਨਾਂ ਦੇ ਗੁਣਾਂ ਦੀ ਪਛਾਣ ਹੈ। ਸਾਨੂੰ ਗੁਰੂ ਸਾਹਿਬ ਕਿਤੇ ਇਹ ਗਿਆਨ ਦੇ ਦੇਣ ਕਿ ਜਿਵੇਂ ਮੈਂ ਇਹ ਗੱਲ ਆਪਣੇ ਪਿਆਰ ਵਿੱਚ ਕਹਿ ਰਿਹਾ, ਗੁਰੂ ਸਾਹਿਬ ਜੀ ਜਿਵੇਂ ਇਹ ਪਰਿਵਾਰ ਨੇ ਸਾਡੇ ਸਤਿਕਾਰਯੋਗ ਸਤਪਾਲ ਸਿੰਘ ਜੀ ਤੇ ਅੱਜ ਅਸੀਂ ਸਰਗਵਾਸੀ ਮਾਤਾ ਤੇਜਿੰਦਰ ਕੌਰ ਜੀ ਦੀ ਯਾਦ ਵਿੱਚ ਬੈਠੇ ਹਾਂ, ਜਿਵੇਂ ਇਹਨਾਂ ਬੱਚਿਆਂ ਨੇ ਆਪਣੇ ਮਾਂ-ਬਾਪ ਦੀ ਸੇਵਾ ਕੀਤੀ ਨਾ, ਮੰਮੀ ਪਾਪਾ ਦੀ ਸੇਵਾ ਕੀਤੀ ਹੈ, ਇਹੋ ਜਿਹੇ ਬੱਚੇ, ਇਹੋ ਜਿਹੀ ਨੂੰਹ ਬੇਟੀ, ਧੀਆਂ ਪੁੱਤਰ ਵਾਹਿਗੁਰੂ ਸਾਰਿਆਂ ਨੂੰ ਕਹਿਣਾ ਸੌਖਾ, ਦੋ ਬੋਲ ਬੋਲਨੇ ਸੌਖੇ, ਪਰ ਉਹਦੇ ਤੇ ਪ੍ਰੈਕਟੀਕਲ ਉਤਰਨਾ ਬੜਾ ਔਖਾ ਜੀ। ਕਿਉਂਕਿ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਜਿਸ ਵਜਬ ਦੇ ਵਿੱਚ, ਜਿਸ ਪਿਆਰ ਵਿੱਚ ਇਹ ਦਿਲੋਂ ਜੁੜ ਕੇ ਹਰ ਵੇਲੇ 24 ਘੰਟੇ ਮਾਤਾ ਜੀ ਦੇ ਕੋਲ ਤਤ ਬਰ ਤਤ ਹੋ ਕੇ ਭੈਣ ਜੀ ਨੇ ਸੇਵਾ ਕੀਤੀ,
ਵਾਹਿਗੁਰੂ ਇੰਨਾ ਕਹਿਣਾ ਨੂੰ ਗੁੱਜਾ ਪਿਆਰ ਦੇਣ ਕਿ ਪੜ ਦੋਤਰਿਆਂ ਪੋਤਰਿਆਂ ਤੱਕ ਵੀ ਵਾਹਿਗੁਰੂ ਭਾਗ ਲਾਈ ਰੱਖੇ। ਇਹ ਅਸੀਸ, ਕਿਉਂਕਿ ਇਹ ਗੁਣ ਨੇ ਕਿ ਗੁਰੂ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਕਿਰਪਾ ਸਦਕਾ ਇਹ ਨਸੀਬ ਹੋਈ ਹੈ ਕਿ ਇਹ ਅਸੀਸ। ਆਓ ਗੁਰੂ ਕਿਰਪਾ ਕਰੇ। ਸਤਿਗੁਰੂ ਜੀ ਨੇ ਇਹ ਸ਼ਬਦ ਦਾ ਬਹੁਤ ਵੱਡਾ ਸਮੁੰਦਰ ਦਿੱਤਾ ਹੈ ਤੇ ਉਸ ਸਮੁੰਦਰ ਵਿੱਚੋਂ ਤੁੱਛ ਦੀ ਸਾਡੀ ਬੁੱਧੀ ਕਿਤੇ ਗੁਰਬਾਣੀ ਦੇ ਬਖਾਏ ਸਾਨੂੰ ਸਮਝ ਦੇ ਦੇਣ ਗੁਰੂ ਸਾਹਿਬ ਕਿ ਜੇ ਜੀਵਨ ਮਿਲਿਆ, ਇਹ ਜੀਵਨ ਦਾ ਮਨੋਰਥ ਕੀ ਹੈ, ਇਸ ਮਨੁੱਖਾ ਜਨਮ ਦੀ ਡੈਫੀਨੇਸ਼ਨ ਕੀ ਹੈ, ਜੋ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਆ ਜੀਵਨ ਦੇ ਸੰਗਤ ਜੀ ਅਸੀਂ ਯਤਨ ਕਰਨਾ, ਜਿੱਥੇ ਅੱਜ ਸਤਿਕਾਰਯੋਗ ਮਾਤਾ ਜੀ ਦੇ ਅੰਤਿਮ ਅਰਦਾਸ ਤੇ ਆਏ ਆ, ਆਪਣੇ ਜੀਵਨ ਦੀ ਵੀ ਪੜਚੋਲ ਜ਼ਰੂਰ ਕਰੀਏ। ਗੁਰੂ ਸਾਹਿਬ ਜੀ ਕਿਰਪਾ ਕਰੋ, ਇਹ ਜੀਵਨ ਨੂੰ ਗੁਰੂ ਸ਼ਬਦ, ਗੁਰੂ ਸੇਵਾ, ਗੁਰੂ ਸੰਗਤ ਦੇ ਲੇਖੇ ਲਾ ਦਿਓ। ਮਹਾਰਾਜ ਜੀ ਕਿਰਪਾ ਕਰ ਦਿਓ। ਆਓ ਸਾਰੇ ਪਿਆਰ ਨਾਲ ਜੁੜੀਏ ਜੀ। ਸਤਿਗੁਰੂ ਮਿਹਰ ਕਰੋ। ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ। ਦਾਸ ਨੂੰ ਹੋਇਆ ਸੀ ਕਿ ਕੀਰਤਨ ਸੰਗਤ ਰੂਪੀ ਕਰਨਾ ਹੈ ਤੇ ਮੈਂ ਫਿਰ ਬੇਨਤੀ ਕਰਾਂ ਕਿ ਜਿੰਨੀਆਂ ਸਤਿਕਾਰਯੋਗ ਭੈਣਾਂ ਵੀਰ ਗੁਰਮੁਖ ਰੂਹਾਂ ਬੈਠੀਆਂ ਨੇ, ਪਿਆਰ ਵਾਲੇ ਗੁਰਸਿੱਖ ਬੈਠੇ ਨੇ, ਅੰਮ੍ਰਿਤ ਵੇਲੇ ਦੀ ਸੰਗਤ ਕਰਨ ਵਾਲੇ ਗੁਰਮੁਖ ਚੰਨ ਬੈਠੇ ਹੈ, ਹੱਥ ਜੋੜ ਕੇ ਨਿਮਰਤਾ ਸਤ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਰਿਹਾ। ਆਓ ਸੰਗਤ ਰੂਪੀ ਕੀਰਤਨ ਕਰੀਏ। ਸੰਗਤ ਨਾਲ ਸ਼ਬਦ ਵਿੱਚ ਵਾਹਿਗੁਰੂ ਦੀ ਮਿਹਰ ਨਾਲ ਜਾਪ ਜੁੜ ਜਾਵੇ। ਆਓ ਸਾਰੇ ਮਿਲ ਕੇ ਜੁੜਿਓ ਜੀ। ਗੁਰੂ ਕਿਰਪਾ ਕਰੇ। ਸਾਰੇ ਪਿਆਰ ਨਾਲ ਪੜੀਏ ਜੀ। ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਲੈ। ਸੰਗਤ ਪੜੋ। ਗੁਰਮੁਖ ਲੈ ਗਏ, ਗੁਰਮੁਖ ਲਾਹਾ ਲੈ ਗਏ। ਮਨਮੁਖ ਚੱਲੇ
सब इकट्ठे होए आया हर जस तू बनना तू वरना वरना तेरा आरती से हाजिर जावा आरती से हाजिर जावा सुन सुन तुझे आए ने तेरे भगत रते गुण दासियो तेरे सतगुरु जी ने ये बाणी सुभान कीता सुन सुन तुझे ते आए ਜਿਹੜੇ ਉਸ ਵਾਹਿਗੁਰੂ ਦੇ ਸ਼ਬਦ ਨੂੰ ਸੁਣਦੇ ਨੇ ਜਿਹੜੇ ਭਗਤ ਜਨ ਗੁਰਮੁਖ ਜਨ ਜਗਿਆਸੂ ਸ਼ਬਦ ਨਾਲ ਜੁੜਦੇ ਨੇ ਉਹਨਾਂ ਦੇ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਅਕਾਲ ਪੁਰਖ ਪ੍ਰਮਾਤਮਾ ਗੁਰੂ ਨਾਨਕ ਪੈਜ ਰੱਖਦੇ ਜਿਨ੍ਹਾਂ ਨੂੰ ਸ਼ਬਦ ਸੁਣਨ ਦੀ ਅਨੁਰੂਪ ਤੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਇੱਕ ਭੁੱਖ ਲਗਾ ਦੇਗੇ ਹੁਣ ਸੁਣਨਾ ਕੀ ਹੈ ਸੁਣਨਾ ਇਹ ਹੈ ਕਿ ਅਸੀਂ ਘਰ ਪਰਿਵਾਰ ਵਿੱਚ ਵਿਚਰਦੇ ਆ ਮੈਂ ਕਿੰਨਾ ਕੁ ਸਮਾਂ ਕੀਰਤਨ ਸੁਣਨਾ ਕਿੰਨਾ ਕੁ ਸਮਾਂ ਮੈਂ ਬਾਣੀ ਪੜ੍ਹਦਾ ਜਾਂ ਸੁਣਦਾ ਜਾਂ ਸੇਵਾ ਕਰਦਾ ਆਹ ਸੁਣਦਾ ਤੇ ਮਾਰੇ ਕਹਿੰਦੇ ਜਦੋਂ ਤੂੰ ਸੁਣ ਲਿਆ ਨਾ ਫਿਰ ਮਾਰੇ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਵ ਸੁਣਨ ਨਾਲ ਪਹਿਲੀ ਵਾਹਿਗੁਰੂ ਜੀ ਨੇ ਗੁਰੂ ਸਾਹਿਬ ਨੇ ਸੁਣਨ ਦੀ ਪੌੜੀ ਦਿੱਤੀ ਮਾਰੇ ਕਹਿੰਦੇ ਭਲਿਆ ਸੁਣਨ ਦੀ ਆਦਤ ਪਾ ਜਦੋਂ ਤੂੰ ਕਿਸੇ ਦੇ ਪਿਆਰ ਵਾਲੇ ਦੇ ਬੋਲ ਸੁਣ ਕੇ ਆਪਣੇ ਜੀਵਨ ਵਿੱਚ ਕਮਾਏਗਾ ਤੇਰਾ ਲੋਕ ਵੀ ਸਮਝ ਜਾਵੇਗਾ ਤੇ ਪ੍ਰਲੋਕ ਵੀ ਸਮਝ ਜਾਵੇਗਾ ਸਤਿਗੁਰੂ ਜੀ ਨੇ ਬਾਣੀ ਅਗਾਹ ਖੋਲ ਮੇਰੇ ਦਾਤਾ ਪਰਮੇਸ਼ਰ ਸਤਿਗੁਰੂ ਧੰਨ ਗੁਰੂ ਸਾਹਿਬ ਜੀ ਬਾਣੀ ਸੁਣਾਉਣ ਕਰਦੇ ਨੇ ਸਾਰੇ ਬੜੇ ਹੋ ਜੀ ਸੁਣ ਸੁਣ ਤੁਝੇ ਆਏ ਨੇ ਤੇਰੇ ਭਗਤ ਰਤੇ ਗੁਣ ਦਾਸਿਓ ਤੇਰੇ ਭਗਤ ਰਤੇ ਗੁਣ ਤਾਸੀਓ ਮੈਂ ਜੁਗ ਜੁਗ ਦਾਏ ਸੇਵਰੀ ਬੋਲ ਕਰਤੀ ਮਹਿਨੀ ਜੇਵਰੀ ਬੋਲ ਕਰਤੀ ਮਹਿਨੀ ਜੇਵਰੀ ਆਓ ਬਾਹਰ ਛਿੰਝ ਨਾਨਾ ਚਾਉ ਨਾਨਕ ਆਉ ਸਰਦਾ ਪਾਰ ਜੀਓ ਨਾਨਕ ਆਉ ਸਰਦਾ ਪਾਰ
मूल गवाए जियो मन मुख चले मूल गवाए जियो गुरमुख मनमुख चले मूल गवाए जियो सिमरो मनमुख चले मूल गवाए जियो मनमुख चले मूल गवाए जियो मनमुख चले मूल गवाए जियो गुरमुख लाहा ले गए गुरमुख ऐसे गुरमुखां नाल संसार च होना गुरबाणी इस गल की गवाही दे के कहती है सच्चे पातशाह जी उचार करते हैं तिन धन जनी मां आए से क्योंकि जैसा अज असी की संगत रूपी इकट्ठ प्यार देख रहे हैं संगत जी सच्चाई जे उन्हां दे गुणां दी सांझ अज संगत रूपी सारा सामने नजर आ रहा है क्योंकि जे समूह परिवार सारा परिवार अज संगत रूपी गुरु साहिब के चरणों च अरदास कर रहे हैं कि गुरु रामदास जी पातशाह जी कृपा करनी एक अरदास भाट कीरत की गुरु रामदास रखो क्योंकि इंसान गलती का पिता है एक अरदास वाहिगुरू जी के चरणों च गुरु रामदास जी के चरणों च गुरु साहिब जी असीं खिर खिर भुलना सानू समझ दिओ सच्चे पातशाह कदी किसी नाल माड़ा ना बोलिए कदी किसी नाल माड़ा ना करिए ए गुणा गुण अरदास है धर्म ग्रंथ साहिब जी दे पवित्र चरित ना रखे महापुरुषां दे अस्थान ते बैठ के अज असीं सत्कारयोग माता जी तजिंदर कौर जी की याद विच संगत कर रहे हैं ते छेवें पातशाह दे पवित्र स्थान को गुरुद्वारा छाटा साहिब तो प्रमुख प्यारे हेड ग्रंथी साहब जो परिवार का बहुत प्यार उन्होंने भी दर्शन करने हैं आओ केवल 5 मिनट समय हो ला के समय की समाप्ति सब कृपा करन सच्चे पातशाह बख्शिश करन क्योंकि ये संगत रूपी असीस जो है महाराज जी सानू ज्ञान दे रहे क्योंकि एक शब्द में हुक्म होया से राजा ने जी वालों के सज्जन मेरे रंग दे जाए सकते जी राम वो शुरू पढ़ के जिन्हें भाई मेहर करे आओ सारे प्यार पढ़िए जी अरदास बेनती साडे वाहिगुरू जी के चरणों में कि सच्चे पातशाह ऐस विछड़ी हुई आत्मा नूं सदैव काल अपने चरणों च भेजता बख्शना पिछे परिवार विच उन्हां दे गुणां दी उन्हां दे पाए हुए पुण्य ते चलदी सोची बख्श समझ देना आओ गुरु कृपा करे आओ सारे किस्म करके फिर जिन परिवार को सब कृपा करे जी आओ सारे सज्जन मेरे रंग ले जय सुते जीरा सज्जन मेरे रंग ले जय सुते जीरा संगत करो सारे सज्जन मेरे सारे रंग ले जय सुते
संगत की दरगाह के ਵਿੱਚ ਦੇਖੇ ਲੱਗ ਜਾਵੇ ਬਹੁਤ ਪਿਆਰੀਆਂ ਸ਼ਹਿਰ ਦੇ ਮੈਦਾਨ ਹਸਤੀਆਂ ਗੁਰਦੁਆਰਾ ਸਿੰਘ ਸਭਾ ਰਾਣੀ ਦਾ ਬਹੁਤ ਪਿਆਰੇ ਅੱਜ ਦੇ ਪਰਿਵਾਰ ਸ਼ਬਦ ਨੂੰ ਅਸੀਸਾਂ ਦੇਣ ਆਏ ਹੋਏ ਆਓ ਸਾਰੇ ਗੁਰਦੁਆਰਾ ਸਾਰੀਆਂ ਮਾਤਾਵਾਂ ਭੈਣਾਂ ਨੇਤਰ ਬੰਦ ਕਰਕੇ 2 ਮਿੰਟ ਲਈ ਜ਼ਿਆਦਾ ਨਹੀਂ ਸਾਰੇ ਚੱਕਰਾਂ ਮਾਰਿਓ ਤੇ ਗੁਰ ਸੰਗਤ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਮਿਲ ਕੇ ਕਰੀਏ ਇੱਕ ਵਾਰ ਦਾਸ ਕਰਕੇ ਪਿੱਛੇ ਸੰਗਤ ਨੇ ਹਾਰੇ ਰੋਟੀਆਂ ਸੰਗਤ ਗੁਰੂ ਨਾਨਕ ਹੈ ਸੰਗਤ ਪਰਮਾਤਮਾ ਹੈ ਸੰਗਤ ਪਰਮੇਸ਼ਰ ਦਾ ਰੂਪ ਹੈ ਆਓ ਸਾਰੇ ਖੜੇ ਹੋ ਜਾਈਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕਰੋ ਸਤਿਨਾਮ ਅਜੇ ਮੈਨੂੰ ਬਾਤ ਨਹੀਂ ਆ ਰਹੀ ਜਿਸ प्यार का बेनती करें सारे भाइयों वीरों गुरु का बेनती सतनाम वाहिगुरु सतनाम वाहिगुरु करो सतनाम
ਵਾਹਿਗੁਰੂ 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 ਸਿਮਰੋ ਵਾਹਿਗੁਰੂ ਵਾਹਿਗੁਰੂ ਸਜਣੀਆਂ
ਮਿਲ ਕਿਰਪਾਓ ਤੇਲ ਦਿਓ ਸਜਣੀਆਂ ਸੀਸੜੀਆਂ ਜਿਉ ਹੋਵੇ ਸੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਬਖਸ਼ਿਸ਼ ਕਰਨ ਗਰੀਬ ਨਾਥ ਪਾਤਸ਼ਾਹ ਦੀ ਇਹ ਸਾਡੇ ਸਤਿਕਾਰਯੋਗ ਸੁਰਗਵਾਸੀ ਬੀਬੀ ਤਜਿੰਦਰ ਕੌਰ ਜੀ ਨੂੰ ਸਦੀਵ ਕਾਲ ਆਪਣੇ ਚਰਨਾਂ 'ਚ ਨਿਵਾਸਾ ਬਖਸ਼ ਕੇ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਪਹਾੜਾ ਬਣਨ ਦੀ ਦਾਤ ਬਖਸ਼ਣ। ਸਾਰਾ ਪਰਿਵਾਰ ਗੁਰੂ ਘਰ ਨੂੰ ਸਮਰਪਿਤ ਹੈ। ਸਾਰੇ ਪਰਿਵਾਰ ਦੇ ਵਾਹਿਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿਉਂਕਿ ਇਸ ਪਰਿਵਾਰ ਦੇ ਹੀ ਜੋ ਜਵਾਈ ਬੇਟੇ ਮੇਰੇ ਸਤਿਕਾਰਯੋਗ ਵੱਡੇ ਵੀਰ ਜੀ ਸਰਦਾਰ ਪ੍ਰੀਤਮ ਸਿੰਘ ਜੀ ਔਰ ਸਰਦਾਰ ਸਤਪਾਲ ਸਿੰਘ ਦੀ ਬੇਟੀ ਸਤਿਕਾਰਯੋਗ ਭੈਣ ਜੀ ਪਰਵਿੰਦਰ ਕੌਰ ਜੀ ਔਰ ਦੂਸਰੇ ਸਾਡੇ ਜੋ ਜਵਾਈ ਬੇਟੇ ਸਤਿਕਾਰਯੋਗ ਸਰਦਾਰ ਵਿਕਰਮਜੀਤ ਸਿੰਘ ਜੀ ਉਹਨਾਂ ਦੇ ਕੋਲ ਭੈਣ ਜੀ ਗੁਰਸ਼ਰਨ ਕੌਰ ਜੀ ਸਤਿਕਾਰਯੋਗ ਸਰਦਾਰ ਸਤਪਾਲ ਸਿੰਘ ਜੀ ਉਹਨਾਂ ਦੇ ਕੋਲ ਭੈਣ ਜੀ ਜਸਵਿੰਦਰ ਕੌਰ ਸਾਰਾ ਪਰਿਵਾਰ ਇਹ ਅਰਦਾਸ ਕਰ ਰਹੇ ਨੇ ਸਾਹਿਬ ਜੀ ਸਾਡੇ ਮੰਮੀ ਜੀ ਪਾਸੋਂ ਅਣਗਿਣਤ ਭੁੱਲਾਂ ਪਰਿਵਾਰ ਨੂੰ ਅਣਗਿਣਤ ਭੁੱਲਾਂ ਦੀ ਖਿਮਾ ਬਖਸ਼ ਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਸੋ ਅੱਜ ਸਤਿਕਾਰਯੋਗ ਮਾਤਾ ਤਜਿੰਦਰ ਕੌਰ ਜੀ ਦੇ ਜੋ ਪੇਕੇ ਪਰਿਵਾਰ ਵੱਲੋਂ ਅੱਜ ਇਹ ਉਹਨਾਂ ਨੂੰ ਇਹੋ ਜਿਹਾ ਇੱਕ ਪਿਆਰ ਉਹਨਾਂ ਤੋਂ ਦੂਰ ਚਲਾ ਗਿਆ ਭੈਣ ਦਾ। ਉਹ ਕਹਿੰਦੇ ਕਿ ਇੰਨੇ ਕੁ ਸਾਨੂੰ ਗੁਣਾਂ ਦੀ ਇੱਕ ਪਿਆਰ ਦੀ ਅਸੀਸ ਦਿੰਦੇ ਸਨ ਕਿ ਹੁਣ ਕਿਵੇਂ ਲੱਭਾਂਗੇ ਭੈਣ, ਕਿੱਥੇ ਦੇਖਾਂਗੇ ਭੈਣ ਨੂੰ। ਆਂਦੇ ਸਨ ਅੰਮ੍ਰਿਤਸਰ ਤੇ ਭੈਣ ਦੇ ਘਰ ਹੋ ਕੇ ਜਾਣਾ, ਭੈਣ ਜੀ ਵੱਲ ਹੋ ਕੇ ਜਾਣਾ। ਪਰ ਇਹ ਮੇਰੀ ਬੇਨਤੀ ਹੱਥ ਜੋੜ ਕੇ ਇਹ ਪਰਿਵਾਰ ਨੂੰ ਕਿ ਤੁਸੀਂ ਯਤਨ ਕਰਨਾ ਕਿ ਸਮੇਂ ਬਾਅਦ ਵੀ ਤੁਸੀਂ ਇਹਨਾਂ ਨੂੰ ਉਸੇ ਤਰ੍ਹਾਂ ਨਿੱਘਾ ਪਿਆਰ ਦੇਣਾ। ਬੱਚਿਆਂ ਨੂੰ ਤੁਸੀਂ ਗਲਵਕੜੀ ਲੈ ਕੇ ਪਿਆਰ ਦੀ ਅਸੀਸ ਦੇਣਾ ਕਿ ਅੱਜ ਵੀ ਉਹਨਾਂ ਦੀ ਪਿਆਰ ਦੀ ਅਸੀਸ ਉਸੇ ਤਰ੍ਹਾਂ ਹੀ ਕਿਰਪਾ ਕੀਤੀ। ਗੁਰੂ ਸਾਹਿਬ ਨੇ ਸਤਿਕਾਰਯੋਗ ਸਾਹਿਬ ਮਨਜੀਤ ਸਿੰਘ ਜੀ ਅਤੇ ਸਤਿਕਾਰਯੋਗ ਸਾਹਿਬ ਗੁਰਬਖਸ਼ ਸਿੰਘ ਜੀ ਚੰਡੀਗੜ੍ਹ ਤੋਂ ਜੋ ਉਚੇਚੇ ਤੌਰ ਤੇ ਉਹ ਪਰਿਵਾਰ ਨੂੰ ਇੱਕ ਸ਼ਰਧਾਂਜਲੀ ਪਿਆਰ ਦੀ ਅਸੀਸ ਦੇਣ ਵਾਸਤੇ ਬੇਨਤੀ ਕਰ ਰਹੇ। ਗੁਰੂ ਸਾਹਿਬ ਕਿਰਪਾ ਕਰਿਓ ਕਿ ਪਰਿਵਾਰ ਨੂੰ ਸੇ ਪਾਤਸ਼ਾਹ ਭਾਣਾ ਮੰਨਣ ਦੀ ਦਾਤ ਤੇ ਸ਼ਬਦ ਨਾਲ ਮੰਨਣ ਦੀ ਦਾਤ ਬਖਸ਼ ਦੇ। ਅਣਗਿਣਤ ਭੁੱਲਾਂ ਦੀ ਮਾਫੀ। ਹਾਂ, ਆਨੰਦ ਸਾਹਿਬ ਜੀ ਦੇ ਪਾਠ ਸੋ ਆਓ ਅਗਲਾ ਸਮਾਂ ਸਤਿਕਾਰਯੋਗ ਗੁਰੂ ਪਿਆਰੇ ਉਹ ਗੁਰੂ ਕੇ ਵਜ਼ੀਰ ਗੁਰਦੁਆਰਾ ਛਾਟਾ ਸਾਹਿਬ ਜੀ ਤੋਂ ਗ੍ਰੰਥੀ ਸਾਹਿਬ ਗੁਰੂ ਪਿਆਰੇ ਕੋ ਦਰਸ਼ਨ ਕਰਨਗੇ। ਬਹੁਤ ਹੀ ਸ਼ਹਿਰ ਦੇ ਨਾਨਕ ਦੀ ਕਰ ਹੱਥ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਭੈਣ ਭਰਾ ਰਿਸ਼ਤੇਦਾਰ ਭੈਣ ਜੀ ਤਜਿੰਦਰ ਕੌਰ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਹੋ। ਮੈਂ ਆਪ ਜੀਆਂ ਦੇ ਨਾਲ ਸੰਤਾਂ ਦਾ ਭਜਨ ਸਾਂਝ ਕਰਾਂ। ਮਸਤੂਆਣਾ ਸਾਹਿਬ ਬਾਬਾ ਜੀਆਂ ਦੇ ਕੋਲ ਰਹਿਣ ਦਾ ਜਦੋਂ ਮੌਕਾ ਮਿਲਿਆ ਹੈ ਨਾ, ਅਸੀਂ ਇਤਨਾ ਕਿਤੇ ਕਥਾ ਵਿਚਾਰ ਤੇ ਕੀਰਤਨ ਦੇ ਬਾਹਰ ਭੋਗ ਦੇ ਸਮੇਂ ਜਾਣਾ, ਸੰਤਾਂ ਨੇ ਕਈ ਵਾਰ ਭਜਨ ਕਰਨਾ ਕਿ ਖੁਸ਼ੀ ਦਾ ਮੌਕਾ ਹੋਵੇ, ਚਾਰ ਭੈਣ ਭਰਾ ਰਿਸ਼ਤੇਦਾਰ ਇਕੱਠੇ ਹੋ ਜਾਣ ਤੇ ਖੁਸ਼ੀ ਵੱਧ ਜਾਂਦੀ ਹੈ। ਦੁੱਖ ਦੀ ਘੜੀ ਵਿੱਚ ਚਾਰ ਭੈਣ ਭਰਾ ਰਿਸ਼ਤੇਦਾਰ ਇਕੱਠੇ ਹੋ ਜਾਣ, ਦੁੱਖ ਘਟ ਜਾਂਦਾ ਹੈ। ਘਟਣ ਦਾ ਕਾਰਨ ਪਰਿਵਾਰ ਨੂੰ ਆਪਾਂ ਆ ਕੇ ਇਹੋ ਹੀ ਕਹਿੰਦੇ ਆ ਨਾ ਵੀ ਭਾਣਾ ਰੱਬ ਦਾ ਮੰਨੀਏ। ਇੱਥੇ ਜੇ ਭਾਣਾ ਨਹੀਂ ਮੰਨਦੇ ਤੇ ਤਾਂ ਵੀ ਕੀ ਕਰ ਸਕਦੇ ਆ, ਰੱਬ ਗਾੜੀ ਜੋਰ ਪੂਰੀ ਕਿਸੇ ਦਾ ਚੱਲਦਾ ਹੈ। ਸੰਤ ਕਈ ਵਾਰੀ ਕਿਹਾ ਕਰਦੇ ਸੀ ਵੀ ਤਗੜਾ ਬੰਦਾ ਨਹੀਂ ਮਾਣ ਹੁੰਦਾ, ਉਹ ਆਪਣੀ ਮਰਜ਼ੀ ਕਰਦਾ ਹੈ ਤੇ ਇਹ ਤੇ ਹੈ ਹੀ ਪਰਮੇਸ਼ਰ ਹੈ, ਜੋ ਕੁਝ ਕਰਨਾ ਸੋ ਕਰ ਰਿਹਾ। ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਨੇ ਬੜੇ ਵਿਸਤਾਰ ਦੇ ਨਾਲ ਧਨਾੜ ਰਾਜਿਆਂ ਦਾ ਵੀ ਗੁਰਬਾਣੀ ਵਿੱਚ ਦਰਜ ਕੀਤਾ ਹੈ। ਰਾਣਾ ਰਾਓ ਨਾ ਕੋ ਰਹੇ, ਰੰਗ ਰਤਨ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਤੀ। ਕੋਈ ਪੱਕਾ ਸਮਾਂ ਇੱਥੇ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ। ਮੇਰੇ ਸਮੇਤ ਸਾਰਿਆਂ ਦੁਨੀਆਦਾਰੀ ਛੱਡ ਕੇ ਆਪਾਂ ਨੇ ਜਾਣਾ ਹੀ ਹੈ।
ਪਰ ਇੱਥੇ ਗੁਰਸਿੱਖਾਂ ਦੀ ਭਾਵਨਾ, ਸਾਧੂ ਸੰਤ ਮਹਾਤਮਾ ਨੂੰ ਹਰ ਵੇਲੇ ਮੌਤ ਦਾ ਸਮਾਂ ਯਾਦ ਰਹਿੰਦਾ ਹੈ, ਤੇ ਜਿਹੜੇ ਸਾਡੇ ਵਰਗੇ ਮਨਮੁਖ ਲੋਕ ਆ ਨਾ, ਇਹਨਾਂ ਨੂੰ ਮੌਤ ਦਾ ਸਮਾਂ ਭੁੱਲ ਜਾਂਦਾ ਹੈ। ਇਹ ਮੌਤ ਦਾ ਸਮਾਂ ਟਲ ਹੈ, ਇਹ ਸਮੇਂ ਅਨੁਸਾਰ ਇਹਨੇ ਆ ਕੇ ਮੌਤ ਨੇ ਘੇਰਾ ਪਾ ਹੀ ਲੈਣਾ ਹੈ। ਬੜੇ ਬੜੇ ਆਪਾਂ ਵੇਖਦੇ ਹਾਂ ਡਾਕਟਰ, ਵੈਦ, ਹਕੀਮ, ਜਿਨ੍ਹਾਂ ਨੂੰ ਆਪਾਂ ਕਹਿੰਦੇ ਜੀ ਰੱਬ ਹੈ ਜੀ, ਡਾਕਟਰ ਸਾਡੇ ਹੈ ਰੱਬ ਨੇ, ਇਮਾਨਦਾਰੀ ਨਾਲ ਜਿਹੜੇ ਇਲਾਜ ਕਰਦੇ ਨੇ ਰੱਬ ਨੇ, ਪਰ ਸਮਾਂ ਇਹਨਾਂ ਦਾ ਵੀ ਮੌਤ ਦਾ ਆ ਜਾਂਦਾ ਹੈ। ਰਾਜੇ ਮਹਾਰਾਜੇ ਕਿਤੇ ਜਾਦੀ ਮਾਇਆ ਦੇ ਨਾਲ ਵੱਜ ਜਾਂਦੇ, ਤੇ ਮੈਂ ਇਤਿਹਾਸ ਵੀ ਪੜ੍ਹਦਾ ਸੀ, ਸੰਤ ਮਸੀਹ ਸਾਹਿਬ ਜੀ ਨੇ ਬੜੇ ਵਿਸਤਾਰ ਦੇ ਨਾਲ ਸਿਕੰਦਰ ਬਾਦਸ਼ਾਹ ਦਾ ਇਤਿਹਾਸ ਲਿਖਿਆ। ਸਿਕੰਦਰ ਬਾਦਸ਼ਾਹ ਦੁਨੀਆਦਾਰੀ ਨੂੰ ਸਰ ਕਰਨ ਵਾਸਤੇ ਬੜੇ ਦੂਰ ਦਰਾਡੇ ਵੀ ਗਿਆ, ਆਖਰਕਾਰ ਆਪਣੇ ਮੁਕਾਮ ਤੇ ਖਾਲੀ ਹੱਥ ਗਿਆ, ਘਰ ਨਹੀਂ ਸੀ ਪਹੁੰਚਿਆ। ਇੱਥੇ ਇਤਿਹਾਸ ਪੜ੍ਹੀਏ, ਗੁਰੂ ਸਾਹਿਬਾਨਾਂ ਨੂੰ ਵੀ ਸਰੀਰਕ ਰੂਪੀ ਦੁਨੀਆਦਾਰੀ ਛੱਡ ਕੇ ਜਾਣਾ ਪਿਆ। ਇਹ ਭਾਈ ਮਨਮੋਹਨ ਸਿੰਘ ਜੀ ਦਾ ਪਰਿਵਾਰ ਜਿਹੜਾ ਹੈ ਨਾ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਹੁਤ ਜ਼ਿਆਦਾ ਨੇੜੇ ਜੁੜਿਆ ਹੋਇਆ ਪਰਿਵਾਰ ਹੈ। ਪਿਛਲੇ ਦਿਨਾਂ ਵਿੱਚ ਕੋਈ ਕਸ਼ਟ ਵੀ ਪਰਿਵਾਰ ਦੇ ਮਨ ਨੂੰ ਆਇਆ, ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੱਲਾ ਪਕੜ ਕੇ ਰੱਖਿਆ। ਭਾਈ ਸਾਹਿਬ ਜੀ ਤੇ ਸਾਡੇ ਸਤਿਕਾਰਯੋਗ ਇਹਨਾਂ ਦੀ ਧਰਮ ਪਤਨੀ ਭੈਣ ਜੀ ਹਰ ਵੇਲੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਨੂੰ ਅਰਦਾਸਾਂ ਬੇਨਤੀਆਂ ਕਰਕੇ ਪਾਤਸ਼ਾਹ ਦੇ ਕੋਲੋਂ ਸੁਖ ਪ੍ਰਾਪਤ ਕਰ ਲੈਂਦੇ ਨੇ। ਭਾਵਨਾ ਇਹਨਾਂ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੁੜੀ ਹੋਈ ਭਾਵਨਾ ਹੈ। ਇਸ ਪਰਿਵਾਰ ਦੇ ਨਾਲ ਮੇਰਾ ਬੜਾ ਜ਼ਿਆਦਾ ਨੇੜਤਾ ਪਿਆਰ ਹੈ। ਮੈਂ ਆਪਣੇ ਭੈਣ ਜੀ ਮਾਤਾ ਜੀ ਜਿਹੜੇ ਦੁਨੀਆਦਾਰੀ ਛੱਡ ਕੇ ਗਏ ਆ ਨਾ, ਇਹਨਾਂ ਦੇ ਕੋਲ ਕਿੰਨਾ ਸਮਾਂ ਆ ਕੇ ਬੈਠਾ ਸੀ, ਮੈਨੂੰ ਸੰਤਾਂ ਦਾ ਚੇਤੇ ਆ ਜਾਂਦਾ ਸੀ। ਭਜਨ ਬਾਬਾ ਜੀ ਮਸਤੂਆਣਾ ਸਾਹਿਬ ਵਾਲੇ ਕਿਹਾ ਕਰਦੇ ਸੀ, ਪੁੱਤਰਾ ਆਪ ਤੋਂ ਵੱਡੇ ਲਾਗੇ ਬਹਿਣਾ ਹੈ, ਤੇ ਵੱਡੇ ਦੀਆਂ ਜਿਹੜੀਆਂ ਵਡਿਆਈਆਂ ਨੇ ਉਹਨਾਂ ਨੂੰ ਯਾਦ ਵੀ ਕਰਨਾ ਹੈ, ਤੇ ਵੱਡਿਆਂ ਦੇ ਕੋਲੋਂ ਗੱਲਾਂ ਉਹ ਸਿੱਖਣੀਆਂ ਨੇ ਜਿਹੜੀਆਂ ਜ਼ਿੰਦਗੀ ਦਾ ਆਨੰਦ ਦੇ ਦੇਣ। ਕਈ ਸਾਨੂੰ ਕਥਾ ਕਹਾਣੀਆਂ ਪੜ੍ਹਿਆ ਕਿਤਾਬਾਂ ਨਹੀਂ ਪਤਾ ਲੱਗਦਾ, ਤੇ ਜਿਹੜੀ ਸਾਨੂੰ ਬਚਨ ਇਹੋ ਜਿਹੇ ਵੱਡੇ ਭੈਣ ਜੀ ਤਜਿੰਦਰ ਕੌਰ ਵਰਗਿਆਂ ਨੇ ਸਾਨੂੰ ਕਈ ਬਚਨ ਸੁਣਾਏ। ਮੈਂ ਇਹਨਾਂ ਦੇ ਬਚਨ ਕਈ ਮੈਂ ਜ਼ਿੰਦਗੀ 'ਚ ਆਨੰਦ ਲੈਣ ਵਾਲੇ ਬਚਨ ਸੀ, ਤੇ ਇਹ ਸੀਸਾਂ ਵੀ ਦਿੰਦੇ ਸੀ ਆਪਣੇ ਨੂੰਹ ਪੁੱਤ ਨੂੰ, ਕਹਿੰਦੇ ਸੀ ਮੇਰੀ ਧੀ ਹੈ, ਮੇਰੀ ਸੇਵਾ ਬੜੀ ਕਰਦੀ ਹੈ, ਪੁੱਤ ਮੇਰਾ ਵੀ ਭਾਗਾਂ ਵਾਲਾ ਹੈ। ਇਹਨਾਂ ਨੂੰ ਪਰਿਵਾਰ ਨੂੰ ਭਾਗ ਵੀ ਸਾਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਲਾਇਆ, ਤੇ ਇਮਾਨਦਾਰੀ ਵਿੱਚ ਲਾਏ ਨੇ, ਕੋਈ ਬੇਈਮਾਨੀ ਦਾ ਇਹਨਾਂ ਦੇ ਕੋਲ ਪੈਸਾ ਨਹੀਂ ਆਇਆ। ਇੱਥੇ ਆਪ ਜੀਆਂ ਦੇ ਨਾਲ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਕਰਨ ਇੱਥੇ ਮਾਤਾ ਗੰਗਾ ਜੀਆਂ ਦਾ ਮੈਂ ਆਪ ਜੀ ਦੇ ਨਾਲ ਸੰਖੇਪ ਕਰਕੇ ਇਤਿਹਾਸ ਸ਼ੁਰੂ ਕਰਾਂ। 15-20 ਮਿੰਟ 'ਚ ਆਪਾਂ ਫਤਿਹ ਕਰ ਲਾਂਗੇ। ਇਤਿਹਾਸ ਤੇ ਬੜਾ ਵੱਡਾ ਹੈ, ਤੁਸੀਂ ਬੜੇ ਸਮੇਂ ਤੇ ਬੈਠੇ ਹੋ। ਜ਼ਿਆਦਾ ਸਮਾਂ ਨਾ ਤੇ ਕਿਸੇ ਕੋਲ ਬੈਠਾ ਜਾਂਦਾ ਤੇ ਨਾ ਕਿਸੇ ਕੋਲ ਜ਼ਿਆਦਾ ਸਮਾਂ ਹੀ ਹੈ। ਆ ਪਤਾ ਨਹੀਂ ਕਿਵੇਂ ਸਬੱਬ ਬਣਦਾ ਹੈ। ਕੋਈ ਪਰਿਵਾਰ ਦਾ ਸਿਆਣੇ ਬੰਦੇ ਢਿੱਲ ਮੱਠ ਜੀ ਜ਼ਰੂਰ ਪਹੁੰਚ ਜਾਂਦੇ। ਬਾਬਾ ਜੀ ਕਹਿੰਦੇ ਹੁੰਦੇ ਸੀ, ਵਿਆਹ ਸ਼ਾਦੀ ਕਿਸੇ ਦਾ ਛੱਡ ਦਿਓ ਭਾਈ, ਅਗਲੇ ਦੇ ਮਰਨੇ ਤੇ ਜ਼ਰੂਰ ਪਹੁੰਚਿਆ ਕਰੋ। ਕੱਲ ਨੂੰ ਅੱਜ ਕਿਸੇ ਦੇ ਮਰਨੇ ਤੇ ਅਸੀਂ ਜਾਵਾਂਗੇ। ਸੰਗਤਾਂ ਨੇ ਹੱਸ ਕੇ ਕਹਿਣਾ, ਉਹ ਕੋਈ ਸਾਡੇ ਮਰਨੇ ਤੇ ਵੀ ਚੱਲ ਕੱਲ ਨੂੰ ਆਊਗਾ। ਸਾਧੂਆਂ ਨੂੰ ਮੌਤ ਚੇਤੇ ਹੁੰਦੀ ਹੈ। ਜਿਹਨੂੰ ਮੌਤ ਚੇਤੇ ਹੁੰਦੀ ਹੈ, ਬਾਣੀ ਕੋਈ ਉਹ ਪੜ ਸਕਦਾ। ਨਿਮਰਤਾ ਵਾਲਾ ਮਨ ਉਹਦਾ ਹੀ ਬਣ ਸਕਦਾ ਜਿਹਨੂੰ ਮੌਤ ਚੇਤੇ ਆ। ਹੰਕਾਰ ਵਾਲਾ ਮਾਣ ਵਾਲੇ ਬੰਦੇ ਨੂੰ ਆਪਾਂ ਕਈ ਵਾਰੀ ਕਹਿ ਨਹੀਂ ਦਿੰਦੇ ਦੁਨੀਆਦਾਰੀ ਵਿੱਚ, ਲੈ ਇਹਨੂੰ ਤੇ ਮੌਤ ਹੀ ਨਹੀਂ ਚੇਤੇ, ਆਪਣੀ ਰੱਬ ਭੁੱਲਿਆ ਫਲਾਣੇ ਬੰਦੇ ਨੂੰ। ਜਦੋਂ ਮੌਤ ਨਾ ਚੇਤੇ ਉਦੋਂ ਰੱਬ ਵੀ ਨਹੀਂ ਚੇਤੇ ਹੁੰਦਾ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਅਜੇ ਥੋੜਾ ਜਿਹਾ ਸਮਾਂ ਲੰਘਿਆ ਸੀ, ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਕੋਈ ਬਗਾਨਿਆਂ ਨੇ ਨਹੀਂ ਕਰਾਈ। ਇਹਨਾਂ ਦੇ ਸਕੇ ਭਰਾ ਬਾਬਾ ਪਿੱਠੀ ਚੰਦ ਨੇ ਕਰਾਈ ਹੈ। ਮੈਂ ਜ਼ਿਆਦਾ ਨਹੀਂ ਵਿਸਤਾਰ ਨਾਲ ਕਹਿੰਦਾ। ਅੱਜ ਵੀ ਮੈਂ ਵੇਖਦਾ ਕਈ ਪਰਿਵਾਰ ਸਾਡੇ ਕੋਲ ਗੋਦਰਾ ਸਾਹਿਬ ਛੇੜਾ ਸਾਹਿਬ ਆ ਜਾਂਦੇ ਨੇ, ਤੇ ਪੁਰਾਣੀਆਂ ਮਾਈਆਂ ਵਿਚਾਰੀਆਂ ਆ ਕੇ ਕਹਿਣਗੀਆਂ, ਬਾਬਾ ਜੀ ਕੀ ਕਰੀਏ, ਭਰਾ ਨੂੰ ਭਰਾ ਮਾਰਨ ਪੈਂਦੇ ਨੇ, ਬਣਦੀ ਨਹੀਂ, ਪੁੱਤਰਾਂ ਦੀ ਬੜੀ ਜਾਨ ਤੰਗ ਹੋਈ ਹੈ।
ਕਈ ਵਾਰੀ ਮੇਰੇ ਮਨ 'ਚ ਵਿਚਾਰ ਆਉਂਦਾ ਵੀ ਇਹ ਜਿਹੜੇ ਭਰਾ ਨੂੰ ਭਰਾ ਮਾਰਨ ਪੈਂਦੇ ਨੇ, ਇਹ ਅਜੇ ਵੀ ਕਿਤੇ ਪਿੱਠੀ ਟੰਗ ਦੀ ਔਲਾਦ ਲਾਗੇ ਲਾਗੇ ਗੇੜੇ ਕੱਢਦੀ ਫਿਰਦੀ ਹੈ, ਜਿਹੜਾ ਭਰਾ ਦਾ ਭਰਾ ਵੈਰੀ ਬਣਿਆ ਹੋਇਆ ਹੈ। ਨਹੀਂ ਤੇ ਬਾਣੀ ਪੜ੍ਹਨ ਵਾਲੇ ਪਰਿਵਾਰ ਜਿਹੜੇ ਭਰਾਵਾਂ ਦੀਆਂ ਭਰਾ ਬਾਹਾਂ ਹੁੰਦੀਆਂ ਨੇ, ਤੇ ਭਰਾ ਜਾਣ ਦਿੰਦੇ ਨੇ। ਮੂਰਖ ਉਹ ਭਰਾ ਨੇ ਜਿਹੜੇ ਭਰਾ ਦੀ ਭਰਾ ਜਾਣ ਲੈਂਦੇ ਨੇ। ਮਾਤਾ ਗੰਗਾ ਜੀਆਂ ਦਾ ਵੀ ਬੜਾ ਪਿਆਰ ਸੀ ਸੰਗਤਾਂ ਵਿੱਚ ਵਿਚਰਨਾ। ਇਹਨਾਂ ਦੀ ਸਖੀ ਜਠਾਣੀ ਬੀਬੀ ਕਰਮੋਂ ਮਾਤਾ ਗੰਗਾ ਜੀ ਦੇ ਨਾਲ ਈਰਖਾ ਦਵੈਤ ਭਾਵਨਾਵਾਂ ਬੜੀਆਂ ਕਰਿਆ ਕਰਦੀ ਸੀ। ਜਿਹੜਾ ਬਾਣੀ ਤੋਂ ਥੋੜਾ ਜਿਹਾ ਪਰੇ ਹੋ ਜਾਂਦਾ ਹੈ ਨਾ, ਉਹਦੇ ਮਨ 'ਚ ਈਰਖਾ ਆ ਜਾਂਦੀ ਹੈ। ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਸਾਰੇ ਧਰਮ ਚੰਗੇ ਨੇ। ਸੰਤਾਂ ਦੇ ਕੋਲ ਜਦੋਂ ਰਹਿਣ ਦਾ ਮੌਕਾ ਮਿਲਿਆ, ਸੰਤ ਕਹਿੰਦੇ ਸੀ ਕਥਾ ਵਿਚਾਰ ਕਰਨ ਲੱਗਿਆ ਕਿਸੇ ਦੇ ਧਰਮ ਦੀ ਅਸੀਂ ਨਿੰਦਿਆ ਥੋੜੀ ਕਰ ਸਕਦੇ ਹਾਂ, ਕਿਸੇ ਦੇ ਰੰਗ ਦੀ ਕਿਸੇ ਦੇ ਢੰਗ ਦੀ ਨਿੰਦਿਆ ਨਹੀਂ ਕੀਤੀ ਜਾਂਦੀ। ਸਾਰੇ ਹੀ ਧਰਮ ਚੰਗੇ ਨੇ। ਸਭੇ ਸਾਡੀ ਬਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਵ, ਸਾਰੇ ਚੰਗੇ ਨੇ। ਸਾਨੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਾਣ ਸਤਿਕਾਰ ਹਰ ਧਰਮ ਨੂੰ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਨੂੰ ਅਜੇ ਥੋੜਾ ਜਿਹਾ ਸਮਾਂ ਹੋਇਆ। ਇਹਨਾਂ ਦੇ ਕੋਲ ਭਾਈ ਮਹਿਰਾ ਜੀ ਆਇਆ ਕਰਦੇ ਸੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ। ਮਾਤਾ ਗੰਗਾ ਜੀਆਂ ਦਾ ਬੜਾ ਮਾਣ ਸਨਮਾਨ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੇ ਬੜਾ ਜ਼ਿਆਦਾ ਪਿਆਰ ਕਰਨਾ, ਮਾਣ ਕਰਨਾ। ਇਹ ਭਾਈ ਮਹਿਰਾ ਜੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੇਲੇ ਆਇਆ ਕਰਦੇ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆ ਕੇ ਭਾਈ ਮਹਿਰਾ ਜੀ ਨੇ ਕਹਿਣਾ ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਮੈਂ ਨਵਾਂ ਘਰ ਬਣਾਇਆ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਮੇਰੇ ਘਰ ਆਓ ਤੇ ਚਰਨ ਪਾਓ, ਮੇਰੇ ਘਰ ਨੂੰ ਪਵਿੱਤਰ ਕਰੋ ਤੇ ਫਿਰ ਮੈਂ ਆਪਣੀ ਰਿਹਾਇਸ਼ ਉੱਥੇ ਕਰਨੀ ਹੈ। ਅੱਜ ਵੀ ਬੜੇ ਪਰਿਵਾਰ ਨੇ ਜਦੋਂ ਕੋਈ ਨਵਾਂ ਘਰ ਬਾਰ ਬਣਾਉਂਦੇ ਆ ਨਾ, ਆਪਣਾ ਪਹਿਲ ਦੇ ਆਧਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਾਉਂਦੇ ਨੇ। ਸਾਧੂ ਸੰਤ ਮਹਾਤਮਾ ਜਾਂਦੇ, ਫਿਰ ਤੁਹਾਡੇ ਵਰਗੀਆਂ ਰੱਬ ਵਰਗੀਆਂ ਸੰਗਤਾਂ ਉਹਨਾਂ ਘਰਾਂ 'ਚ ਜਾਂਦੀਆਂ, ਨਵੇਂ ਘਰਾਂ ਵਿੱਚ, ਤੇ ਉੱਥੇ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਵੀ ਪਰਿਵਾਰ ਨੂੰ ਸੱਚੇ ਪਾਤਸ਼ਾਹ ਨਵਾਂ ਘਰ ਇਹ ਵੰਡਣਾ ਹੋ ਜਾਏ। ਜਿਨ੍ਹਾਂ ਦੀ ਸਾਧੂ ਬਿਰਤੀ ਹੈ ਉਹ ਇਹ ਕਾਰਜ ਪਹਿਲ ਗੁਰੂ ਦੀ ਸੰਗਤ ਦਾ ਉਤਸ਼ਾਹਿਤ ਕਰਦੇ ਨੇ। ਇਹ ਭਾਈ ਮਹਿਰਾ ਜੀ ਆਉਂਦੇ ਰਹੇ ਤੇ ਉਧਰੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਹੋ ਗਈ। ਭਾਈ ਮਹਿਰਾ ਜੀ ਆਉਂਦੇ ਰਹੇ ਤੇ ਇੱਕ ਦਿਨ ਕਹਿਣ ਲੱਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ, ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਆਪ ਜੀ ਦੇ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵੀ ਬਹੁਤ ਤਰਲਾ ਮਾਰਿਆ, ਉਹਨਾਂ ਕੋਲ ਸਮਾਂ ਨਹੀਂ ਰਿਹਾ, ਜਾਤ ਸਰਕਾਰਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ, ਤੇ ਮੈਂ ਆਪਣਾ ਨਵਾਂ ਘਰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬਣਾਇਆ ਹੈ, ਤੇ ਮੇਰੇ ਘਰ ਦੇ ਵਿੱਚ ਤੁਸੀਂ ਚਰਨ ਪਾਓਗੇ ਤੇ ਮੈਂ ਫੇਰ ਆਪਣੀ ਰਿਹਾਇਸ਼ ਕਰਨੀ ਆ, ਨਹੀਂ ਤੇ ਅਸੀਂ ਅਜੇ ਆਪਣੇ ਪੁਰਾਣੇ ਘਰਾਂ ਵਿੱਚ ਹੀ ਬੈਠੇ ਹੋਏ ਹਾਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਆਰ ਦੇ ਨਾਲ ਅੰਮ੍ਰਿਤਸਰ ਸਾਹਿਬ ਬੈਠੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੱਸ ਕੇ ਕਹਿਣ ਲੱਗੇ, ਭਾਈ ਮੇਰੇ ਥੋੜੇ ਜਿਹੇ ਸਾਡੇ ਅਰਗੇਵੇਂ ਨੇ, ਇਹਨਾਂ ਅਰਗੇਵਿਆਂ ਤੋਂ ਬਾਅਦ ਅਸੀਂ ਤੇਰੇ ਘਰ ਆ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਚਰਨ ਪਾਵਾਂਗੇ। ਹਾਲਾਂਕਿ ਉੱਥੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹੁਰਿਆਂ ਦਾ ਪਿੰਡ ਵੀ ਸੰਤ ਮਸਕੀਨ ਸਾਹਿਬ ਜੀ ਨੇ ਲਿਖਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੈ, ਮਾਤਾ ਨਾਨਕੀ ਜੀ ਦੇ ਪੇਕੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਈ ਵਾਰ ਪਿਆਰ ਦੇ ਨਾਲ ਭਾਈ ਮਹਿਰਾ ਜੀ ਨੂੰ ਮੋੜਿਆ। ਜਿਵੇਂ ਭਾਈ ਜਸਵੀਰ ਸਿੰਘ ਜੀ ਬਾਬਾ ਜੀ ਸਾਡੇ ਸਰਕਾਰ ਜੋ ਬਹੁਤ ਮਾਣ ਕਰਦੇ ਨੇ, ਜਦੋਂ ਕਿੱਥੇ ਵੀ ਮਿਲਦੇ ਨੇ, ਮਹਾਰਾਜ ਇਹਨਾਂ ਦੀ ਹੋਰ ਚੜ੍ਹਦੀ ਕਲਾ ਤੇ ਤੁਹਾਡੀ ਸੰਗਤ ਨਾਲ ਪਿਆਰ ਬਣਿਆ ਰਹੇ। ਜਿਸ ਵੇਲੇ ਭਾਈ ਮਹਿਰਾ ਜੀ ਨੂੰ ਬੜੇ ਪਿਆਰ ਦੇ ਨਾਲ ਉਹ ਸਿੱਖ ਨੇ ਕਿਹਾ ਵੀ ਭਾਈ ਮਹਿਰਾ ਜੀ ਤੁਸੀਂ ਮਾਤਾ ਗੰਗਾ ਜੀਆਂ ਦੇ ਕੋਲ ਜਾਓਗੇ ਤੇ ਸਮਾਂ ਲੈ ਲਓ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸਮਾਂ ਨਹੀਂ। ਮਾਤਾ ਗੰਗਾ ਜੀ ਕਹਿਣਗੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਨਾ ਹੀ ਨਹੀਂ ਕਰਨਗੇ, ਉਸੇ ਵੇਲੇ ਤੁਰਨਗੇ। ਭਾਈ ਮਹਿਰਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਤੇ ਜੀ ਗੁਰੂ ਕੇ ਮਹਿਲਾਂ ਵਿੱਚ ਗਏ ਨੇ। ਗੁਰੂ ਕੇ ਮਹਿਲਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਨੇ ਗੁਰੂ ਕੇ ਮਹਿਲ। ਜਦੋਂ ਜਾਣੇ ਹੋ ਹਰਿਮੰਦਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਮਹਿਲਾਂ ਦੇ ਦਰਸ਼ਨ ਜ਼ਰੂਰ ਕਰਕੇ ਆਇਆ ਕਰੋ, ਇਤਿਹਾਸ ਬਹੁਤ ਵੱਡਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਤੋਂ ਆ ਕੇ ਇਹ ਨਵੇਂ ਮਹੱਲ ਤਿਆਰ ਕਰਕੇ ਕੁਝ ਆਪਣੀ ਰਿਹਾਇਸ਼ ਕੀਤੀ, ਕੁਝ ਗਰੀਬ ਲੋਕਾਂ ਦੀ ਰਿਹਾਇਸ਼ ਕੀਤੀ ਸੀ ਇੱਥੇ। ਕੁਝ 52 ਜਾਤੀਆਂ ਦੇ ਲੋਕ ਕਾਰੀਗਰ ਸਨ ਕਿ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਸੀ, ਉਹਨੂੰ ਅੱਜ ਗੁਰੂ ਕੇ ਮਹਿਲ ਕਿਹਾ ਜਾਂਦਾ। ਸ੍ਰੀ ਗੁਰੂ
ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਬੈਠੇ ਨੇ ਤੇ ਭਾਈ ਵੀਰਾ ਜੀ ਗੁਰੂ ਕੇ ਮਹਿਲਾਂ ਵਿੱਚ ਗਏ, ਜਾ ਕੇ ਮਾਤਾ ਗੰਗਾ ਜੀ ਨੂੰ ਪਿਆਰ ਦੇ ਨਾਲ ਫਤਿਹ ਬੁਲਾ ਕੇ ਤੇ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਆਇਆ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ ਮੇਰਾ ਮਾਣ ਸਤਿਕਾਰ ਕਰਿਆ ਕਰਦੇ ਸੀ, ਮੇਰਾ ਮਾਣ ਸਤਿਕਾਰ ਬੜਾ ਕਰਿਆ ਕਰਦੇ ਸੀ ਤੇ ਤੁਸੀਂ ਵੀ ਮੇਰਾ ਮਾਣ ਕਰਦੇ ਹੋ। ਤੇ ਮੈਂ ਆਪ ਜੀ ਦੇ ਚਰਨਾਂ 'ਚ ਅੱਗੇ ਵੀ ਬੇਨਤੀ ਕੀਤੀ ਵੀ ਮੈਂ ਘਰ ਨਵਾਂ ਬਣਾਇਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਰਲਾ ਮਾਰਿਆ ਤੇ ਉਹ ਅਜੇ ਟਾਈਮ ਨਹੀਂ ਦੇ ਰਹੇ ਤੇ ਮੈਨੂੰ ਟਾਈਮ ਦਿਵਾਓ ਗੁਰੂ ਸਾਹਿਬਾਨਾਂ ਤੋਂ ਕਿ ਮੇਰੇ ਘਰ ਚਰਨ ਪਾਓ। ਮਾਤਾ ਗੰਗਾ ਜੀ ਨੇ ਪਿਆਰ ਦੇ ਨਾਲ ਆਪਣੇ ਗੁਰਸਿੱਖ ਨੂੰ ਕਹਿਣ ਲੱਗੇ, ਗੁਰਸਿੱਖਾ ਜਾਂ ਭਾਈ ਸਾਡੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਕਾਲ ਤਖਤ ਸਾਹਿਬ ਤੋਂ ਬੁਲਾ ਕੇ ਲੈ ਕੇ ਆ। ਆਗਿਆਕਾਰ ਪੁੱਤਰ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਜਿਹੜੇ ਆਗਿਆਕਾਰ ਪੁੱਤ ਆ ਨਾ ਮਾਂ ਬਾਪ ਦੇ, ਉਹਨਾਂ ਦੇ ਮਾਂ ਬਾਪ ਦੀ ਜ਼ਿੰਦਗੀ ਕਹਿ ਲਈਏ ਵੱਧ ਜਾਂਦੀ ਹੈ, ਮਾਫ ਕਰਨਾ ਸੌਖੀ ਜ਼ਿੰਦਗੀ ਬਤੀਤ ਹੁੰਦੀ ਹੈ ਜਿਹੜੇ ਮਾਂ ਬਾਪ ਦੇ ਆਗਿਆਕਾਰ ਪੁੱਤ ਨੇ। ਤੇ ਭਾਈ ਮਨਮੋਹਨ ਸਿੰਘ ਜੀ ਆਪਣੇ ਮਾਤਾ ਜੀ ਦੇ ਪਿਤਾ ਜੀ ਦੇ ਆਗਿਆਕਾਰ ਪੁੱਤ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸੇਵਾਦਾਰ ਜੀ ਆਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਕੇ ਤੇ ਬੜੇ ਪਿਆਰ ਦੇ ਨਾਲ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਆਪ ਜੀ ਦੇ ਮਾਤਾ ਜੀ ਮਾਤਾ ਗੰਗਾ ਜੀ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ, ਆਓ ਤੁਹਾਨੂੰ ਮਾਤਾ ਜੀ ਨੇ ਯਾਦ ਕਰਿਆ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਠੇ, ਆਪਣੇ ਘਰ ਵਿੱਚ ਗਏ, ਅੱਗੇ ਮਾਤਾ ਗੰਗਾ ਜੀ ਬੈਠੇ ਤੇ ਮਾਤਾ ਗੰਗਾ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਸਿਰ ਤੇ ਹੱਥ ਫੇਰ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਪੁੱਤਰ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਆਹ ਤੁਹਾਡੇ ਪਿਤਾ ਜੀ ਦਾ ਸੇਵਾਦਾਰ ਹੈ ਭਾਈ ਮੇਰਾ, ਇਹਨੇ ਆਪਣਾ ਪੁੱਤ ਨਵਾਂ ਘਰ ਬਣਾਇਆ ਹੈ ਤੇ ਆਪਾਂ ਇਹਦੇ ਨਵੇਂ ਘਰ ਵਿੱਚ ਚਰਨ ਜ਼ਰੂਰ ਪਾਉਣੇ ਨੇ ਤੇ ਇਹਨੂੰ ਸਮਾਂ ਦਿਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਮਾਤਾ ਜੀ ਜਦੋਂ ਆਪ ਜੀ ਦਾ ਜੀ ਕਰਦਾ ਹੈ ਉਦੋਂ ਸਮਾਂ ਦੇ ਦਿਓ, ਉਦੋਂ ਚੱਲਾਂਗੇ। ਮਾਤਾ ਗੰਗਾ ਜੀ ਕਹਿਣ ਲੱਗੇ, ਨਹੀਂ ਜ਼ਿਆਦਾ ਸਮਾਂ ਲੰਬਾ ਨਹੀਂ ਕਰਨਾ, ਕੱਲ ਨੂੰ ਇਹਨਾਂ ਦੇ ਆਪਾਂ ਨੇ ਗ੍ਰਹਿ ਵਿਖੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਾਣਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਠੀਕ ਹੈ ਮਾਤਾ ਜੀ, ਕੱਲ ਨੂੰ ਭਾਈ ਵੀਰਿਆ ਤੇਰੇ ਘਰ ਅਸੀਂ ਆਵਾਂਗੇ, ਤੁਸੀਂ ਤਿਆਰੀ ਕਰੋ, ਅਸੀਂ ਕੱਲ ਸਵੇਰ ਦਾ ਸਮਾਂ ਤੇਰੇ ਘਰ ਆ ਕੇ ਚਰਨ ਪਾਵਾਂਗੇ। ਭਾਈ ਵੀਰਾ ਜੀ ਅੰਮ੍ਰਿਤਸਰ ਸਾਹਿਬ ਤੋਂ ਤੁਰੇ ਤੇ ਬਾਬਾ ਬਕਾਲਾ ਸਾਹਿਬ ਪਹੁੰਚ ਗਏ ਨਾ ਜੀ ਆਪਣੇ ਘਰ ਵਿੱਚ। ਸੰਗਤਾਂ ਨੂੰ ਪਿਆਰ ਦੇ ਨਾਲ ਆਖਿਆ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾਸ ਦੇ ਘਰ ਵਿੱਚ ਆ ਰਹੇ ਨੇ, ਸੰਗਤ ਜੀ ਆਓ ਸਾਰਿਆਂ ਨੇ ਰਲ ਕੇ ਆਪਾਂ ਪਿਆਰ ਦੇ ਨਾਲ ਆਈਆਂ ਸੰਗਤਾਂ ਨਾਲ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਾਣ ਸਤਿਕਾਰ ਕਰਨਾ ਹੈ। ਉੱਥੇ ਵੀ ਸਾਰਾ ਮਸੀਹ ਸਾਹਿਬ ਨੇ ਲਿਖਿਆ ਕਿ ਸਾਰਾ ਬਾਬਾ ਬਕਾਲਾ ਸਾਹਿਬ ਦੀਆਂ ਸੰਗਤਾਂ ਇਲਾਕੇ ਦੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਡੀਕ ਕਰ ਰਹੀਆਂ ਨੇ। ਦਿਨ ਚੜ੍ਹਦੇ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਤੋਂ ਤੁਰੇ ਘੋੜੇ ਭਜਾਏ ਤੇ ਪਹੁੰਚਦੇ ਪੜਾਓ ਪੜਾਈ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਨਾ। ਜਦੋਂ ਸੰਗਤਾਂ ਨੇ ਬੜਾ ਮਾਣ ਸਨਮਾਨ ਕੀਤਾ, ਨਵੇਂ ਘਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਵਾਏ। ਜਦੋਂ ਨਵੇਂ ਘਰ ਵਿੱਚ ਚਰਨ ਪਵਾਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਬੜਾ ਪਿਆਰ ਮਾਣ ਇਲਾਕੇ ਵਿੱਚ ਬਣਿਆ। ਕੁਝ ਦਿਨ ਰਹੇ ਨੇ ਤੇ ਅਗਲੇ ਦੂਜੇ ਤੀਜੇ ਦਿਨ ਦਾ ਲਿਖਿਆ ਮਸਕੀਨੀਆਂ ਨੇ। ਕੁਝ ਦਿਨ ਬਾਅਦ ਭਾਈ ਵੀਰਾਂ ਨੂੰ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਵੀਰੇ ਹੁਣ ਅਸੀਂ ਤੇਰੇ ਨਵੇਂ ਘਰ ਵਿੱਚ ਚਰਨ ਪਾਏ ਨੇ, ਤੈਨੂੰ ਖੁਸ਼ੀਆਂ ਗੁਰੂ ਨਾਨਕ ਦੇ ਘਰ ਦੀਆਂ ਮਿਲ ਗਈਆਂ ਨੇ ਤੇ ਸਾਨੂੰ ਵਾਕਿਆ ਤੋਂ ਸਾਡੇ ਰਜੇਵੇਂ ਬਹੁਤ ਨੇ, ਅਸੀਂ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੋਈ ਕਾਰੋਬਾਰ ਹੋਰ ਵੀ ਕਰਨੇ ਆ। ਭਾਈ ਵੀਰਾ ਜੀ ਪਿਆਰ ਦੇ ਨਾਲ ਕਹਿਣ ਲੱਗੇ, ਜੀ ਇੱਕ ਰਾਤ ਹੋਰ ਲਾਓ ਮੇਰੇ ਕਹੇ ਤੇ ਬੜਾ ਆਨੰਦ ਆਇਆ, ਮੇਰਾ ਜੀ ਨਹੀਂ ਕਰਦਾ ਤੁਸੀਂ ਮੈਨੂੰ ਛੱਡ ਕੇ ਜਾਓ। ਦੀਵਾਨ ਸੱਜੇ ਨੇ, ਸਾਰੀਆਂ ਸੰਗਤਾਂ ਪਿਆਰ ਨਾਲ ਬੈਠੀਆਂ, ਤੁਹਾਡੀ ਉਡੀਕ ਵਿੱਚ ਸੀ ਬੜੇ ਚਿਰ ਤੋਂ, ਤੇ ਥੋੜਾ ਜਿਹਾ ਸਮਾਂ ਤੇ ਹੋਰ ਲਾਓ ਨਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਵੀਰੇ ਨੂੰ ਗੱਲ ਚ ਲੈ ਕੇ ਕਹਿਣ ਲੱਗੇ, ਭਾਈ ਵੀਰੇ ਫੇਰ ਸਮਾਂ ਮਿਲਿਆ ਜ਼ਰੂਰ ਆਵਾਂਗੇ, ਅੱਜ ਸਾਨੂੰ ਭੰਜੇਵੇਂ ਨੇ ਅੱਜ ਵਾਪਸੀ। ਭਾਈ ਵੀਰੇ ਨੇ ਮਾਤਾ ਗੰਗਾ ਜੀ ਦਾ ਮਸੀਹ ਸਾਹਿਬ ਜੀ ਕਿਤੇ ਤਰਲਾ ਮਾਰਿਆ ਤੇ ਮਾਤਾ ਗੰਗਾ ਜੀ ਪਿਆਰ ਦੇ ਨਾਲ ਹੱਸ ਕੇ ਕਹਿਣ ਲੱਗੇ, ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਭਾਈ ਵੀਰੇ ਦੀ ਭਾਵਨਾ ਹੈ ਇੱਕ ਰਾਤ ਹੋਰ ਲਾ ਲਈਏ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਅਸੀਂ ਵੀ ਆਪਣੇ ਸਰੀਰ ਨੂੰ ਤਿਆਗ ਦੇਣਾ ਹੈ ਤੇ ਅਸੀਂ ਇੱਕ ਰਾਤ ਇੱਥੇ ਲਾ ਲਈਏ ਤੇ ਸਾਡਾ ਵੀ ਜਿਹੜਾ ਸਰੀਰ ਇੱਥੇ ਹੀ ਅਸੀਂ ਤਿਆਗ ਦੇਣਾ ਹੈ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ 'ਚ ਵਿਰਾਗ ਆਇਆ, ਮਾਂ ਦਾ ਤੁਰ ਜਾਣਾ ਪੁੱਤਰਾਂ ਵਾਸਤੇ ਬੜਾ ਵੱਡਾ ਇਹ ਵੀ ਇੱਕ ਘਟ ਹੈ ਤੇ
ਘਰ ਵੇਲਾ ਹੋ ਜਾਂਦਾ, ਜਦੋਂ ਸਿਆਣਾ ਬੰਦਾ ਘਰੋਂ ਚਲੇ ਜਾਂਦਾ ਉਹ ਸੰਤਰ ਬਣ ਤੋਂ ਜੀ ਨਹੀਂ ਕਰਦਾ। ਰੌਣਕਾਂ ਲੱਗੀਆਂ ਹੁੰਦੀਆਂ ਵੱਡਿਆਂ ਦੇ ਨਾਲ ਹੀ ਰੌਣਕਾਂ ਨੇ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਸਾਡੇ ਅਸਲੀ ਮਾਂ-ਬਾਪ ਜਿਹੜੇ ਸਾਡੇ ਰੱਬ ਨੇ, ਜਿਨ੍ਹਾਂ ਨੇ ਮਾਂ-ਬਾਪ ਦੀਆਂ ਸੇਵਾਵਾਂ ਕੀਤੀਆਂ। ਜ਼ਿੰਦਗੀ ਦਾ ਅਸਲੀ ਆਨੰਦ ਉਹਨਾਂ ਪਰਿਵਾਰਾਂ ਨੂੰ ਮਿਲਿਆ ਹੈ। ਮੈਂ ਜ਼ਿਆਦਾ ਨਾ ਕਹਾਂ, ਕਈ ਦੇ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਮਾਂ-ਬਾਪ ਵਾਸਤੇ ਬਿਲਕੁਲ ਟਾਈਮ ਨਹੀਂ ਹੈਗਾ। ਨੌਕਰ ਰੱਖੇ ਹੋਏ ਨੇ ਤੇ ਨੌਕਰ ਨੂੰ ਕਹਿ ਦੇਣਗੇ ਉਹ ਪਰਾਂ ਗੋਲੀ ਗਾਲੀ ਦੇ, ਉਹ ਮਾਂ ਨੂੰ ਕੋਈ ਟਾਈਮ ਨਹੀਂ ਹੋਇਆ ਗੋਲੀ ਗਾਲੀ ਦੇਣ ਦਾ, ਦੇ ਦੇ ਗੋਲੀ ਗਾਲੀ। ਮਾਂ ਡੀਕਦੀ ਹੈ ਵੀ ਮੇਰਾ ਪੁੱਤ ਆਵੇ, ਗਲ ਕੱਪੜੀ ਪਾਵੇ, ਮੈਂ ਪੁੱਤ ਨਾਲ ਗੱਲਬਾਤ ਕਰਾਂ। ਪੁੱਤ ਕੋਲ ਟਾਈਮ ਨਹੀਂ ਹੁੰਦਾ। ਜੇ ਮਾਂ ਆਵਾਜ਼ ਮਾਰਦੇ ਤੇ ਪੁੱਤ ਇਦਾਂ ਵੀ ਪੈ ਜਾਂਦੇ ਨੇ, ਗੋਲੀ ਤੇਰਾ ਸਿਆਪਾ ਪਤਾ ਨਹੀਂ ਕਦੋਂ ਮੁੱਕਣਾ, ਮਗਰੋਂ ਆਵਾਜ਼ਾਂ ਮਾਰਦੀ ਗਿਆ ਕਰ ਵੀ ਕੰਮ ਕਰਨ ਵਾਲੇ ਨੇ, ਤੂੰ ਤੇ ਵਿਹਲੀ ਹੈ, ਤੈਨੂੰ ਕੰਮ ਕੋਈ ਨਹੀਂ, ਤੈਨੂੰ ਰੱਖਿਆ ਤਾਂ ਹੈਗਾ ਬੰਦਾ, ਤੈਨੂੰ ਗੋਲੀ ਗੱਡੀ ਦਿੰਦੀ, ਚਾਹ ਪਾਣੀ ਬਣਾਉਂਦੇ, ਤੈਨੂੰ ਹੋਰ ਕੀ ਚਾਹੀਦਾ। ਜਦ ਤੱਕ ਵੱਡੀ ਲੈ ਜਾਂਦਾ ਨੰਬਰ ਚੱਕ ਹੈਗਾ ਤਾਂ ਡਾਕਟਰ ਨੂੰ ਵਿਖਾ ਲਿਆਉਣਾ। ਮਾਂ ਦੀ ਭਾਵਨਾ ਹੁੰਦੀ ਵੀ ਮੇਰਾ ਪੁੱਤ ਮੇਰੇ ਨਾਲ ਬਹਿ ਕੇ 2-4 ਪਿਆਰ ਦੀਆਂ ਗੱਲਾਂ ਤੇ ਕਰੇ, ਪਰ ਪੁੱਤਾਂ ਕੋਲ, ਸਾਡੇ ਵਰਗਿਆਂ ਦੇ ਕੋਲ ਟਾਈਮ ਨਹੀਂ ਹੈਗਾ। ਪਰ ਇਸ ਪਰਿਵਾਰ ਕੋਲ ਟਾਈਮ ਸੀ। ਭਾਈ ਮੋਹਨ ਸਿੰਘ ਕੋਲ, ਮਾਤਾ ਜੀ ਦੇ ਕੋਲ ਰਹਿੰਦਾ ਮੈਂ ਵੇਖਦਾ ਰਿਹਾ, ਕੋਲ ਬਹਿ ਕੇ ਨੂੰਹ ਰਾਣੀ ਨੇ ਵੀ ਬੜੇ ਪਿਆਰ ਨਾਲ ਭਜਨ ਵਿਲਾਸ ਕਰਦੇ ਰਹਿਣ। ਇਹ ਸੀਸਾਂ ਵੱਡਿਆਂ ਦੀ ਜ਼ਿੰਦਗੀ ਦਾ ਆਨੰਦ ਬਣਾ ਲੈਂਦੀ ਹੈ। ਨਹੀਂ ਤੇ ਭਾਵੇਂ ਜਿੰਨਾ ਮਰਜ਼ੀ ਮਾਫ ਕਰਨਾ, ਬਾਣੀ ਪੜ੍ਹੀ ਜਾਈਏ, ਤੀਰਥਾਂ ਦੇ ਤੁਰੇ ਰਹੀਏ ਨਾ, ਜੇ ਵੱਡਿਆਂ ਨੂੰ ਪ੍ਰਸ਼ਾਦਾ ਪਾਣੀ ਪਕਾ ਕੇ ਛਕਾਇਆ ਨਹੀਂ ਨਾ, ਘਰ ਵੱਡੇ ਭੁੱਖੇ ਬੈਠੇ ਆ ਤੇ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਨੱਕ ਰਗੜ ਲਈਏ ਤੇ ਜਿੰਨਾ ਮਰਜ਼ੀ, ਮੈਨੂੰ ਲੱਗਦਾ ਪ੍ਰਵਾਨ ਨਹੀਂ ਹੋਣਾ। ਪ੍ਰਵਾਨ ਤੁਹਾਡਾ ਉਹੋ ਹੀ ਆ, ਵੱਡਿਆਂ ਦੀਆਂ ਅਸੀਸਾਂ, ਵੱਡੇ ਹੱਸਦੇ ਹੋ ਨਾ ਘਰ 'ਚ, ਉੱਥੇ ਖੁਸ਼ੀਆਂ ਆ ਜਾਂਦੀਆਂ ਨੇ। ਜਿਸ ਵੇਲੇ ਮਾਤਾ ਗੰਗਾ ਜੀਆਂ ਨੇ ਪਿਆਰ ਦੇ ਨਾਲ ਕਿਹਾ ਵੀ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ, ਸਾਡਾ ਵੀ ਅੰਤਮ ਸਮਾਂ ਆ ਗਿਆ, ਅਸੀਂ ਜਾਣਾ ਹੈ ਤੇ ਆਪਣੇ ਸਰੀਰ ਨੂੰ ਅਸੀਂ ਇਸ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਛੱਡ ਦੇਣਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਿਆਰ ਦੇ ਨਾਲ ਆਖਿਆ ਸੀ, ਮਾਤਾ ਜੀ ਦੁਨੀਆਦਾਰੀ ਵਿੱਚ ਸਰੀਰਾਂ ਦਾ ਤੇ ਵਿਛੋੜਾ ਹੀ ਹੈ, ਰੂਹਾਂ ਦਾ ਮੇਲ ਹੈ। ਕੋਈ ਸਾਨੂੰ ਆਪਣਾ ਵਚਨ ਸੁਣਾ ਦਿਓ। ਮਾਤਾ ਗੰਗਾ ਜੀਆਂ ਨੇ ਪਿਆਰ ਨਾਲ ਉਠਾ ਕੇ ਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਕਹਿਣ ਲੱਗੇ, ਪੁੱਤਰ ਜੀ ਤੁਹਾਡੇ ਪਿਤਾ ਜੀ ਨੂੰ ਰਾਵੀ ਦਰਿਆ ਵਿੱਚ ਆਪਣਾ ਸਰੀਰ ਛੱਡਿਆ ਸੀ, ਉਹਨਾਂ ਦਾ ਸੰਸਕਾਰ ਨਹੀਂ ਸੀ ਕੀਤਾ। ਮੇਰਾ ਵੀ ਸੰਸਕਾਰ ਨਾ ਕੀਤਾ ਜਾਏ, ਮੇਰੇ ਸਰੀਰ ਨੂੰ ਵੀ ਬਿਆਸ ਦਰਿਆ ਦੇ ਵਿੱਚ ਪਾ ਦਿਓ, ਮੇਰਾ ਸਰੀਰ ਵੀ ਸੰਸਕਾਰ ਤੋਂ ਬਗੈਰ ਹੀ ਕਿਰਿਆ ਕਰਮ ਕਰਿਓ। ਠੀਕ ਹੈ ਮਾਤਾ ਜੀ। ਰਾਤ ਰਹੇ ਜੀ, ਅੰਮ੍ਰਿਤ ਵੇਲਾ ਹੋਇਆ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਇਸ਼ਨਾਨ ਪਾਨ ਕੀਤੇ, ਮਾਤਾ ਗੰਗਾ ਜੀਆਂ ਨੇ, ਸੰਤਾਂ ਨੇ ਇਸ਼ਨਾਨ ਪਾਨ ਕੀਤੇ, ਆਸਾ ਜੀ ਵਾਰ ਦੇ ਕੀਰਤਨ ਹੋਏ, ਭੋਗ ਪਏ। ਸਮਾਪਤੀ ਵੇਲੇ ਜਦੋਂ ਮਾਤਾ ਗੰਗਾ ਜੀ ਬਾਣੀ ਪੜ੍ਹਦੇ ਪੜ੍ਹਦੇ ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਪਿਆਰ ਨਾਲ ਗਲ ਬੱਕੜੀ ਪਾ ਕੇ ਤੇ ਉੱਥੇ ਫਤਿਹ ਬੁਲਾ ਕੇ ਤੇ ਆਪਣੇ ਸਰੀਰ ਨੂੰ ਮਾਤਾ ਗੰਗਾ ਜੀਆਂ ਨੇ ਤਿਆਗ ਦਿੱਤਾ ਹੈ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਮਾਤਾ ਜੀਆਂ ਦਾ ਕਿਰਿਆ ਕਰਮ ਕਰਕੇ ਇਸ਼ਨਾਨ ਪਾਨ ਕਰਵਾ ਕੇ ਮਹਿਮਾਨ ਲਿਆ ਕੇ ਆਪ ਨਾਲ ਕਾਹਨੀ ਲੱਗ ਕੇ ਤੇ ਉੱਥੇ ਬੜੇ ਪਿਆਰ ਦੇ ਨਾਲ ਬਾਬਾ ਬਕਾਲਾ ਸਾਹਿਬ ਦੀ ਧਰਤੀ ਨੂੰ ਚੱਲ ਕੇ ਨਾ ਬਿਆਸ ਦਰਿਆ ਦੇ ਵਿੱਚ ਮਾਤਾ ਗੰਗਾ ਜੀਆਂ ਦੇ ਸਰੀਰ ਨੂੰ ਉਤਾਰ ਦਿੱਤਾ ਹੈ। ਜਦੋਂ ਮਾਤਾ ਗੰਗਾ ਜੀਆਂ ਦੇ ਸਰੀਰ ਨੂੰ ਉਤਾਰ ਕੇ ਨਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਬਿਆਸ ਦਰਿਆ ਦੇ ਵਿੱਚ ਡੂੰਘੇ ਪਾਣੀ ਵਿੱਚ ਵਾਪਸ ਮੁੜੇ ਆ ਤੇ ਭਾਈ ਮੇਰਾ ਜੀ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਕਹਿਣ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ, ਮੇਰੀ ਬੇਨਤੀ ਹੈ ਵੀ ਮਾਤਾ ਗੰਗਾ ਜੀਆਂ ਦਾ ਕਿਰਿਆ ਕਰਮ ਆਪਾਂ ਇੱਥੇ ਕਰ ਲਈਏ, ਇੱਥੇ ਚੜ੍ਹਾਈ ਕੀਤੇ ਨੇ ਬਾਬਾ ਬਕਾਲਾ ਸਾਹਿਬ ਧਰਤੀ ਤੇ ਇੱਥੇ ਸਾਰਾ ਆਪਾਂ ਕਰੀਏ ਕਾਰਜ ਅੰਤਮ ਸਮੇਂ ਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਨਹੀਂ ਭਾਈ ਮੇਰੇ, ਇਹ ਅੰਤਮ ਸਮੇਂ ਦੀ ਅਰਦਾਸ ਬੇਨਤੀ ਭੋਗ ਪਵਾ ਕੇ ਅੰਮ੍ਰਿਤਸਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਸਥਾਨਾਂ ਤੇ ਕਰਾਵਾਂਗੇ। ਸਾਡੀਆਂ ਸੰਗਤਾਂ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਦੂਰਾਂ ਦਰਾਡਿਆਂ ਤੋਂ ਆਉਂਦੀਆਂ ਨੇ ਤੇ ਇੱਕ ਸਾਡੇ ਰਜੇਵੇ ਨੇ, ਅਸੀਂ ਵਾਪਸੀ ਅੰਮ੍ਰਿਤਸਰ ਸਾਹਿਬ ਜਾਣਾ ਹੈ। ਉੱਥੇ ਲਿਖਿਆ ਸੰਤ ਮਸਕੀਨੀਆਂ ਨੇ ਮਾਤਾ ਗੰਗਾ ਜੀਆਂ ਦਾ ਅੰਤਮ ਸਮਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਇਆ ਤੇ ਭੋਗ ਅੰਤਮ ਕਿਰਿਆ ਸਾਰੀ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਈ ਹੈ। ਅੱਜ ਕਈ ਵਾਰ ਸਾਡੇ ਮਨ ਦਾ ਵਿਚਾਰ ਆ ਜਾਂਦਾ, ਮੈਂ ਸਮਾਪਤੀ ਕਰਾਂ 2 ਮਿੰਟ ਲਾ ਕੇ, ਜਿਹੜੇ ਕਮਰੇ ਵਿੱਚ ਸਾਡੇ ਵੱਡੇ ਕਿਤੇ
ਚੜ੍ਹਾਈ ਕਰ ਜਾਂਦੇ ਆ ਤੇ ਸਾਡੀ ਕਈਆਂ ਲੋਕਾਂ ਦੀ ਭਾਵਨਾ ਇਹ ਹੁੰਦੀ ਆ ਵੀ ਉਸੇ ਕਮਰੇ ਵਿੱਚ ਉਸੇ ਥਾਂ ਤੇ ਅਖੰਡ ਪਾਠ ਸਾਹਿਬ ਕਰਵਾਇਆ ਜਾਵੇ ਤੇ ਫੇਰ ਆ ਗੱਲ। ਜੇ ਦੂਜੇ ਕਮਰੇ ਅਖੰਡ ਪਾਠ ਸਾਹਿਬ ਕਰਵਾ ਲਿਆ ਤੇ ਪਤਾ ਨਹੀਂ ਲੱਗਣਾ ਕਿ ਨਹੀਂ ਲੱਗਣਾ। ਇਹ ਵਿਚਾਰ ਸਾਨੂੰ ਕਰਨੀ ਨਹੀਂ ਚਾਹੀਦੀ। ਬਾਣੀ ਪੜ੍ਹੀ ਗਈ ਹੈ ਸਾਡੇ ਵੱਡਿਆਂ ਪ੍ਰਤੀ ਭਾਵਨਾ ਕਰਕੇ, ਗੁਰੂ ਜੀ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ, ਮਗਰ ਪਰਿਵਾਰ ਨੂੰ ਤੰਦਰੁਸਤੀ, ਇੱਜ਼ਤ, ਪੱਤ, ਮਾਣ ਬਖਸ਼ਣ। ਇੱਥੇ ਆ ਜਿਹੜੀ ਹੈਗੀ ਨਾ ਕਾਨੇ ਦੀ ਰਸਮ, ਕਈ ਵਾਰ ਆਪਾਂ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਕਾਨਾ ਨਾ ਰੱਖਦੇ। ਬਾਬਾ ਜੀ ਤੋਂ ਮੈਂ ਸਾਰਾ ਇਹ ਸੁਣਿਆ, ਬਾਬਾ ਮਖਤੂਣਾ ਸਾਹਿਬ ਵਾਲਿਆਂ ਤੋਂ। ਸੰਤ ਕਹਿੰਦੇ ਸੀ ਕਾਨੇ ਦੀ ਲੋੜ ਕਦੋਂ ਪੈਂਦੀ ਸੀ? ਜਦੋਂ ਸਾਡੇ ਘਰ ਦਾ ਜੀ ਕੋਈ ਚੜ੍ਹਾਈ ਕਰ ਜਾਵੇ। ਕਈ ਵਾਰ ਕਾਨਾ ਤੇ ਆਮ ਮਿਲਦਾ ਨਹੀਂ, ਛੇਤੀ ਦੁਕਾਨ ਤੋਂ ਮੁੱਲ ਵੀ ਲਾਉਣਾ ਪੈਂਦਾ। ਉਦੋਂ ਪੈਂਦੀ ਸੀ ਲੋੜ ਜਦੋਂ ਸਰੀਰਾਂ ਦੇ ਸੰਸਕਾਰ ਨਹੀਂ ਸੀ ਕੀਤੇ ਜਾਂਦੇ ਤੇ ਸਰੀਰ ਦਫਨਾਏ ਜਾਂਦੇ ਸੀ ਨਾ, ਉਹ ਕਾਨੇ ਦੇ ਨਾਲ ਮਿਣਤੀ ਕੀਤੀ ਜਾਂਦੀ ਸੀ ਦੁਨੀਆਦਾਰੀ ਛੱਡ ਕੇ ਜਾਣ ਵਾਲੇ ਪ੍ਰਾਣੀ ਦੀ, ਤੇ ਉਹਦੇ ਨਾਲ ਉਹਦੀ ਕਬਰ ਪੁੱਟੀ ਜਾਂਦੀ ਸੀ। ਉਹ ਕਾਨੇ ਦੀ ਮਿਣਤੀ ਨਾਲ ਨਾ ਵੱਧ ਪੁੱਟੀ ਜਾਵੇ ਤੇ ਨਾ ਘੱਟ ਪੁੱਟੀ ਜਾਵੇ, ਪੂਰੀ ਪੂਰੀ ਕਬਰ ਪੁੱਟਣੀ, ਉਹਦੇ ਵਿੱਚੋਂ ਵੀ ਦਫਨਾ ਦੇਣਾ। ਇਹ ਕਾਨੇ ਦਾ ਮਕਸਦ ਸੀ। ਅੱਜ ਉਦੋਂ ਬਾਅਦ ਭਾਂਡੇ ਦੀ ਰਸਮ ਨਾਲ ਚੱਲੇ ਵੀ ਭਾਂਡਾ ਭੰਨਣਾ ਹੈ। ਸਰਮਾਏਦਾਰ ਲੋਕ ਬਜ਼ੁਰਗਾਂ ਦਾ ਦੋਹਣੀ ਰੇੜ ਦਿੰਦੇ ਨੇ ਤੇ ਭਾਂਡੇ ਦਾ ਕੀ ਮਕਸਦ ਸੀ? ਮੰਨ ਲਓ ਵੀ ਜਿਵੇਂ ਸਾਡੇ ਘਰ ਦਾ ਬਜ਼ੁਰਗ ਹੈ, ਕੋਈ ਵੱਡੀ ਉਮਰ ਦਾ ਹੋ ਗਿਆ ਤੇ ਕੋਈ ਐਸੀ ਢਿੱਲ ਮੱਠ ਲੱਗੀ ਹੈ ਜਿਹੜੀ ਦੁੱਖ ਜਿਹਾ ਦੂਰ ਨਹੀਂ ਹੋਇਆ। ਆਪਾਂ ਕੰਮਾਂ ਕਾਰਾਂ ਵਾਲਿਆਂ ਦੇ ਘੜਾ ਪਾਣੀ ਦਾ ਭਰਿਆ ਤੇ ਉਹ ਉਹਨਾਂ ਦੇ ਸਰਾਣੇ ਬਜ਼ੁਰਗਾਂ ਦੇ ਰੱਖ ਦਿੱਤਾ ਵੀ ਬਾਪੂ ਜਾਂ ਮਾਤਾ ਜੀ ਆਹ ਪਾਣੀ ਤੁਹਾਡੇ ਸਰਾਣੇ ਪਿਆ ਹੈ, ਪ੍ਰਸ਼ਾਦਾ ਪਾਣੀ ਤੁਹਾਨੂੰ ਛਕਾ ਦਿੱਤਾ ਤੇ ਅਸੀਂ ਕੰਮਾਂ ਕਾਰਾਂ ਤੇ ਚੱਲੇ ਆਂ। ਦੁਕਾਨਦਾਰ ਦੁਕਾਨ ਤੇ ਜਾਂਦਾ ਹੈ, ਖੇਤੀ ਦਾ ਜ਼ਿਮੀਂਦਾਰ ਖੇਤੀ ਉੱਤੇ ਚਲ ਜਾਂਦਾ ਹੈ ਪੈਲੀਆਂ ਨੂੰ, ਤੇ ਤੁਸੀਂ ਪਾਣੀ ਧਾਣੀ ਪੀਂਦੇ ਰਹੋ। ਆ ਕੇ ਤੁਹਾਨੂੰ ਫੇਰ ਪ੍ਰਸ਼ਾਦਾ ਪਾਣੀ 2-4 ਘੰਟਿਆਂ ਨੂੰ ਆਵਾਂਗੇ, ਛਕਾਵਾਂਗੇ ਜਲ ਪਾਣੀ। ਮਜੇ ਤੁਸੀਂ ਕਿਸੇ ਨੂੰ ਆਵਾਜ਼ ਨਾ ਮਾਰਨੀ, ਮੂੰਹ ਦੇ ਪਾਣੀ ਧਾਣੀ ਪੀ ਜਾਓ। ਬਜ਼ੁਰਗਾਂ ਦੇ ਕੋਲ ਘੜਾ ਹੁੰਦਾ ਸੀ, ਘੜੇ ਦੇ ਵਿੱਚ ਉਹਨਾਂ ਨੇ ਕੱਪ ਜਿਹਾ ਪਾਉਣਾ, ਪਾਣੀ ਪੀ ਲੈਣਾ। ਉਹ ਘੜਾ ਜਿਹੜਾ ਉੱਤੇ ਕੱਪ ਰੱਖ ਦੇਣਾ ਤੇ ਜਦੋਂ ਬਜ਼ੁਰਗ ਚੜ੍ਹਾਈ ਕਰ ਜਾਂਦੇ ਤੇ ਉਦੋਂ ਲੋਕਾਂ ਦੇ ਮਨ ਦੀ ਵਿਚਾਰ ਹੁੰਦੀ ਸੀ, ਛੂਤ ਛਾਤ ਜਾਂ ਪੁਰਾਣਾ ਬੜਾ ਚੱਲਦਾ ਸੀ ਵੀ ਇਹ ਘੜੇ ਨੂੰ ਭੰਨੋ ਜੀ ਨਾਲ। ਹੁਣ ਆਪਾਂ ਕਿਹੜਾ ਵਰਤਣਾ ਬੱਚਿਆਂ ਨੇ, ਇਹਦੇ ਵਿੱਚ ਪਾਣੀ ਦੇ ਪੀਣਾ ਨਹੀਂ। ਬਜ਼ੁਰਗਾਂ ਦਾ ਸੀ ਘੜਾ, ਉਹ ਦੁੱਖ ਜਿਹਾ ਲੱਗਾ ਸੀ ਇਹਨਾਂ ਨੂੰ ਕੋਵੱਲਾ ਜਿਹਾ, ਤੇ ਹੁਣ ਇਹਨੂੰ ਵੀ ਨਾਲ ਹੀ ਭੰਨ ਦਿਓ, ਆਪਾਂ ਕੀ ਕਰਨਾ। ਉਹ ਘੜਾ ਉਦੋਂ ਭੰਨਿਆ ਜਾਂਦਾ ਸੀ ਤੇ ਅੱਜ ਚੇਚੇ ਤੌਰ ਤੇ ਘੜਾ ਨਵਾਂ ਮੁੱਲ ਲਿਆ ਕੇ ਭੰਨਿਆ ਜਾਂਦਾ ਹੈ। ਮਾਫ ਕਰਨਾ ਜੇ ਸਰਮਾਏਦਾਰ ਬੰਦੇ ਨੇ ਦੋਣਾ ਰੇੜ ਦਿੰਦੇ। ਇਹਨਾਂ ਵਹਿਮਾਂ ਭਰਮਾਂ ਜੋ ਸਾਨੂੰ ਬਚਣਾ ਚਾਹੀਦਾ ਹੈ। ਇਹ ਵਹਿਮ ਭਰਮ ਜਿਹੜੇ ਨਾ ਇਹ ਸਾਡਾ ਨੁਕਸਾਨ ਹੀ ਕਰਦੇ ਨੇ, ਸਾਡਾ ਭਲਾ ਨਹੀਂ ਕਰਦੇ। ਆਹ ਸਾਡਾ ਭਲੇ ਦਾ ਕਾਰਜ ਜਾਣ ਵਾਲੇ ਪ੍ਰਾਣੀ ਪ੍ਰਤੀ ਗੁਰੂ ਦਾ ਲੰਗਰ ਲਾਉਣਾ, ਅਰਦਾਸਾਂ ਬੇਨਤੀਆਂ ਕਰਨੀਆਂ, ਬਾਣੀ ਪੜ੍ਹੀ ਜਾਣੀ, ਸੰਗਤਾਂ ਨੇ ਇਕੱਠੀਆਂ ਹੋ ਕੇ ਅਰਦਾਸ ਕਰਨਾ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਤੁਹਾਡੀਆਂ ਅਰਦਾਸਾਂ ਇਹ ਨੇ। ਮਾਤਾ ਜੀਆਂ ਪ੍ਰਤੀ ਮਹਾਰਾਜ ਇਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਇਸ ਪਰਿਵਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਆਉਣ ਵਾਲੇ ਸਮੇਂ ਵਿੱਚ ਤਰੱਕੀ ਬਖਸ਼ਣ, ਤੰਦਰੁਸਤੀ, ਇੱਜ਼ਤ, ਮਾਣ ਬਖਸ਼ਣ। ਭੈਣ ਭਰਾਵਾਂ ਦੇ ਨਾਲ ਵੱਡਿਆਂ ਦੀ ਤਰ੍ਹਾਂ ਸਾਡਾ ਪਿਆਰ, ਮਾਣ, ਸਤਿਕਾਰ ਬਣਾ ਕੇ ਰੱਖਣ। ਸਮਾਪਤੀ ਹੈ। ਮੈਂ ਤੁਹਾਡਾ ਸਮਾਂ ਥੋੜਾ ਜ਼ਿਆਦਾ ਲੈ ਗਿਆ। ਸਮਾਂ ਤੇ ਅਸੀਂ ਰੱਖਿਆ ਸੀ 1:15 ਤੋਂ 1:15 ਤੱਕ, ਅੱਧਾ ਘੰਟਾ ਰੱਖਿਆ ਸੀ, ਹੁਣ 1:30 ਵੱਜ ਗਿਆ ਹੈ। ਤੇ ਮੇਰੇ ਕੋਲ ਬੋਲਦਿਆਂ ਭੁੱਲਾਂ ਵੀ ਬਹੁਤ ਹੋ ਜਾਂਦੀਆਂ ਨੇ, ਪਤਾ ਨਹੀਂ ਲੱਗਦਾ। ਕਈ ਵਾਰੀ ਬਾਬਾ ਜੀ ਕਹਿੰਦੇ ਹੁੰਦੇ ਸੀ, ਕਈ ਵਾਰ ਮੈਂ ਵੇਖਿਆ ਵੀ ਕਥਾਵਾਚਕ ਰੱਬ ਨਹੀਂ ਹੁੰਦਾ ਕੋਈ, ਸਾਡੀ ਸੰਗਤ ਹੀ ਸਾਡਾ ਰੱਬ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ, ਮੇਰੇ ਕੋਲੋਂ ਵੱਧ ਘੱਟ ਕੋਈ ਬੋਲਿਆ ਗਿਆ ਹੋਵੇ, ਮੈਂ ਤੁਹਾਡਾ ਦੇਣਦਾਰ ਹੈ, ਮਾਫ ਕਰਕੇ ਜਾਇਓ। ਇਸ ਪਰਿਵਾਰ ਭਾਈ ਮਨਮੋਹਨ ਸਿੰਘ ਜੀ ਦੇ ਭੈਣ ਜੀ, ਇਹਨਾਂ ਦੇ ਬੱਚੇ, ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਚਰਨਾਂ ਦਾ ਇਹਨਾਂ ਪਰਿਵਾਰ ਨੂੰ ਪਿਆਰ ਦੇਣ। ਤੁਹਾਡੀਆਂ ਸੰਗਤਾਂ ਦੀ ਅਰਦਾਸਾਂ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਸਮਾਪਤੀ ਹੈ ਜੀ। ਪਿਆਰ ਨਾਲ ਭਿੱਜ ਕੇ ਗੱਜ ਕੇ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਾਹਿਬ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਗੀਆਂ ਸ਼ਬਦ ਗਾਵ ਰਿਆਈਆ। ਸਭ ਤਾਂ ਗਾਵ ਹਰੀ ਕੇਰਾ, ਮਨ ਜੀ ਵਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਸਦਾ ਰੋ, ਹਰ ਨਾਲੇ ਹਰ ਨਾਮ ਰੋ। ਤੂੰ ਮਨ ਮੇਰੇ ਦੂਰ ਸਭ ਵਿਸਾਰਨਾ। ਅਗਿਕਾਰੋ ਕਰੀ ਤੀਰਾ ਕਾਜ ਸਭ ਸਵਾਰਨਾ। ਸਭਨਾ ਗੱਲਾਂ ਸੋਹਣਾ ਸੁਆਮੀ ਸੋ ਗਿਓ ਮਨੁ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰੋ, ਹਰ ਨਾਲੇ
साची साहिबा क्या नहीं घर तेरे घर का तेरे सब कुछ है जिदे सो पावे सदा सिख सलाह तेरी नाम मन बसावे नाम जिनके मन बसिया वाजे शब्द कनेरे गए नानक सच्चे साहिब क्या नहीं कर तेरे साचा नाम मेरा धार सच नाम धार मेरा जिन भुखा सब गवाइया ना चांद सुख मन आए बसिया जिन इच्छा सब बुझाइया सदा कुर्बान कीता गुरु विटो जे दिए बड़ाइया कहे नानक सुनो संतो जब तरो प्यारो साजा नाम मेरा दारो वाजे पंज शब्द घर सुपागे घर सुपागे शब्द वाजे कला जित कर धारिया पांच दूत दुबस कीते काल कंड को मारिया तोर करम पाया तुद जिन को सी नाम हर के लागे कहे नानक तै सुख हुआ तित कार्य अनहद वाजे आनंद सुनो मन भागियो सगल मनोरथ पूरे पार ब्रह्म प्रभ पाया उतरे दुख रोग संताप उतरे सुनी सची बाणी संत साजन पैसर से पूरे गुर से जानी सुनते पुनीत कहते पवित्र सतगुर आ